ਸਤਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਵਾਸੁਦੇਵ ਵਾਵਾ ਵਰਨ ਹਾਹਾ ਹਰ ਤੇ ਲੀਨ। ਗੱਗਾ ਗੋਬਿੰਦ ਤੇ ਲਿਓ ਰਾਰਾ ਰਾਮ ਪ੍ਰਵੀਨ। ਵਾਸੁਦੇਵ ਵਾਵਾ ਵਰਨ ਹਾਹਾ ਹਰ ਤੇ ਲੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ, ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀ, ਧੰਨ ਹਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜੋ ਦੀਨ ਦੁਨੀਆ ਦੇ ਮਾਲਕ ਹਨ। ਲੋਕ ਪਰਲੋਕ ਵਿੱਚ ਆਪਣੇ ਪਿਆਰਿਆਂ ਦੇ ਪਰਦੇ ਢੱਕਣਹਾਰੇ ਹਨ। ਐਸੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਪਰਉਪਕਾਰਾਂ ਦਾ ਅੰਤ ਨਹੀਂ ਪਾਇਆ ਜਾਂਦਾ, ਬੇਅੰਤ ਤੋਂ ਬੇਅੰਤ ਹੈ। ਐਸੇ ਸਤਿਗੁਰੂ ਜੀ ਦੀ ਰਹਿਮਤ ਹੋ ਰਹੀ ਹੈ, ਬਖਸ਼ਿਸ਼ ਹੋ ਰਹੀ ਹੈ, ਜਿਸ ਦਾ ਸਦਕਾ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ, ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸਾਡੇ ਉੱਤੇ ਕੀਤਾ ਹੋਇਆ ਪਰਉਪਕਾਰ ਹੀ ਹੈ, ਜਿਨ੍ਹਾਂ ਉੱਪਰ ਸਤਿਗੁਰੂ ਕਿਰਪਾ ਕਰਦੇ ਹੈ, ਮਿਹਰ ਕਰਦੇ ਹੈ, ਰਹਿਮਤ ਕਰਦੇ ਹੈ। ਉਹਨਾਂ ਨੂੰ ਆਪਣੇ ਦਰਸ਼ਨਾਂ ਦਾ ਸੁਭਾਗ ਬਖਸ਼ਦੇ ਹਨ, ਆਪਣੇ ਚਰਨ ਪਰਸਨ ਦਾ ਸੋਹਣਾ ਮੌਕਾ ਬਖਸ਼ਦੇ ਹਨ। ਸੋ ਸੰਗਤ ਜੀ, ਆਪ ਵਡਭਾਗੇ ਹੋ ਰਹੇ ਹੋ ਸਤਿਗੁਰਾਂ ਦੇ ਚਰਨ ਪਰਸ ਕੇ, ਸੋਹਣੇ ਦਰਸ਼ਨ ਕਰਕੇ। ਇਹ ਵਡਭਾਗੇ ਗੁਰਸਿੱਖਾਂ ਦੀ ਨਿਸ਼ਾਨੀ ਹੈ। ਨਿਤਨੇਮ ਅਨੁਸਾਰ ਸਤਿਗੁਰਾਂ ਦੇ ਦਰੋਂ ਘਰੋਂ ਵਰਸਾਏ ਹੋਏ ਸਿੰਘ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇਗਾਂ ਦੇ ਭੋਗ ਲਵਾਏ ਹਨ। ਉਪਰੰਤ ਪਿਛਲੇ ਪਹਿਰ ਦੇ ਦੀਵਾਨਾਂ ਵਿੱਚ ਜੋ ਗੁਰ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਉਸ ਦੀ ਆਰੰਭਤਾ ਹੋ ਰਹੀ ਹੈ। ਜਗਤ ਸੁਆਮੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸੰਗਤ ਜੀ ਚੱਲ ਰਹੀ ਹੈ। ਥੋੜੀ ਜਿਹੀ ਆਵਾਜ਼ ਘੱਟ ਰੱਖੋ, ਬਿਸਲਾ ਮਾਰਦਾ। ਸੋ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਜੀਵਾਂ ਨੂੰ ਤਾਰ ਰਹੇ ਹੈ। ਕਰਤਾਰਪੁਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧਰਮਸ਼ਾਲਾ ਦੇ ਵਿੱਚ ਸਜਦੇ, ਗੁਰੂ ਕੀ ਸੰਗਤ ਆਉਂਦੀ ਹੈ, ਸਾਹਿਬਾਂ ਦੇ ਚਰਨ ਪਰਸਦੇ ਹੈ। ਜੋ ਵੀ ਮਨ ਵਿੱਚ ਕਿਸੇ ਪ੍ਰਕਾਰ ਦੇ ਸਹਿੰਸੇ ਹੁੰਦੇ ਹੈ, ਉਹ ਬੇਨਤੀ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਰਜ਼ ਕਰਦੇ ਹਨ। ਗਰੀਬ ਨਵਾਜ ਮਿਹਰਾਂ ਦੇ ਘਰ ਵਿੱਚ ਆ ਕੇ ਉਹਨਾਂ ਗੁਰਸਿੱਖਾਂ ਦੇ ਸਾਰੇ ਮਨ ਦੇ ਸ਼ੰਕਿਆਂ ਨੂੰ, ਸੰਸ਼ਿਆਂ ਨੂੰ ਦੂਰ ਕਰਦੇ ਹੈ ਅਤੇ ਉਪਦੇਸ਼ ਦਿੰਦੇ ਹਨ। ਕੱਲ੍ਹ ਆਪ ਸੰਗਤਾਂ ਨੇ ਸਰਵਣ ਕੀਤਾ ਸੀਗਾ ਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਗੁਰੂ ਕੇ ਸਿੱਖ ਆਏ ਹੈ। ਉਹਨਾਂ ਨੇ ਅਰਜ਼ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਐਸਾ ਉਪਦੇਸ਼ ਸਾਨੂੰ ਦੇਵੋ ਜਿਹਦੇ ਨਾਲ ਇਹ ਸਾਡਾ ਜੀਵਨ ਸਫਲਾ ਹੋਵੇ। ਗਰੀਬ ਨਵਾਜ ਨੇ ਵਾਚਨ ਕੀਤਾ ਸੀ, ਹੁਕਮ ਕੀਤਾ ਸੀਗਾ, ਵਾਹਿਗੁਰੂ ਸ਼ਬਦ ਦਾ ਮੰਤਰ ਜਪਿਆ ਕਰੋ। ਅਰਜ਼ ਕੀਤੀ ਸੀ ਗੁਰਸਿੱਖਾਂ ਨੇ, ਸੱਚੇ ਪਾਤਸ਼ਾਹ ਮਹਾਰਾਜ
ਵਾਹਿਗੁਰੂ ਦਾ ਭਾਵ ਕੀ ਹੈ, ਸੋ ਕਿਰਪਾ ਕਰਕੇ ਮੈਨੂੰ ਦੱਸੋ, ਸਾਨੂੰ ਕਿਰਪਾ ਕਰਕੇ ਸਮਝਾਓ। ਗਰੀਬ ਨਵਾਜ ਮਿਹਰਾਂ ਦੇ ਘਰ ਵਿੱਚ ਆਏ ਹਨ, ਜਿੱਥੇ ਗੁਰਮੰਤਰ ਵਾਹਿਗੁਰੂ ਦੇ ਜਾਪਣ ਦਾ ਉਪਦੇਸ਼ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਗੁਰਸਿੱਖਾਂ ਨੂੰ ਕਰ ਰਹੇ ਹੈ। ਉੱਥੇ ਉਹਨਾਂ ਦੇ ਬੇਨਤੀ ਕਰਨ ਤੇ ਕਿ ਇਹ ਵਾਹਿਗੁਰੂ ਦਾ ਭਾਵ ਕੀ ਹੈ, ਇਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੱਸ ਰਹੇ ਨੇਗੇ। ਇੱਥੋਂ ਅੱਗੇ ਆਰੰਭਤਾ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਠਾਰਨ ਵਾਸਤੇ ਜੋ ਕਿਰਪਾ ਕਰ ਰਹੇ ਹੈ, ਉਹ ਉਹਨਾਂ ਵਾਸਤੇ ਨਹੀਂ ਸੀ ਜਿਨ੍ਹਾਂ ਨੇ ਬੇਨਤੀ ਕੀਤੀ ਹੈ। ਇਹ ਸਮੁੱਚੀ ਮਨੁੱਖਤਾ ਵਾਸਤੇ ਹੈ, ਸਾਰੇ ਗੁਰਸਿੱਖਾਂ ਵਾਸਤੇ ਹੈ, ਜਿਹੜੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਰਸਤੇ ਦੇ ਪਾਂਧੀ ਹਨ, ਰਾਹੀ ਹਨ। ਸੋ ਵਾਹਿਗੁਰੂ ਦਾ ਭਾਵ ਕੀ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੀ ਸਰਬਲੋਹ ਗ੍ਰੰਥ ਸਾਹਿਬ ਦੇ ਵਿੱਚ ਇਹਦੀ ਕਿਰਪਾ ਕੀਤੀ ਹੈ। ਕਲਪ ਕਲਪ ਇੱਕ ਅਕਸ਼ਰਮਈ, ਇੱਕ ਇੱਕ ਅੱਖਰ ਜਿਹੜਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਵਾਹਿਗੁਰੂ ਸ਼ਬਦ ਦਾ 36 ਯੁੱਗ, ਕਲਪ 36 ਯੁੱਗਾਂ ਨੂੰ ਕਿਹਾ ਜਾਂਦਾ ਹੈਗਾ। 36 ਯੁੱਗ ਤਪੱਸਿਆ ਕਰਕੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਵਾਹਿਗੁਰੂ ਸ਼ਬਦ ਦੀਆਂ ਦਾਤਾਂ ਸਾਨੂੰ ਦਿੱਤੀਆਂ ਨੇ। ਚਾਰਾਂ ਯੁੱਗਾਂ ਦਾ ਇਹ ਸਮੂਲਚਾ ਹੀ ਮੰਤਰ ਹੈ, ਚਾਰ ਵੇਦਾਂ ਦਾ ਸਮੂਲਚਾ ਹੀ ਇਹ ਮੰਤਰ ਹੈ। ਭਾਵ ਜਿਉਂ ਦੀ ਸ੍ਰਿਸ਼ਟੀ ਸਾਜੀ ਹੋਈ ਹੈ, ਤਦੋਂ ਤੋਂ ਲੈ ਕੇ ਹੁਣ ਦਾ ਜੋ ਅਸਾਰ ਹੈ, ਸਿਧਾਂਤ ਹੈ, ਨਿਚੋੜ ਹੈ, ਉਹ ਵਾਹਿਗੁਰੂ ਸ਼ਬਦ ਹੈ, ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਇੱਕ ਇੱਕ ਕਲਪ ਸਿਮਰਨ ਕਰਕੇ ਇੱਕ ਇੱਕ ਅੱਖਰ ਦੀ ਪ੍ਰਾਪਤੀ ਕੀਤੀ ਸੀ। ਚਾਰ ਕਲਪ ਤਪੱਸਿਆ ਕੀਤੀ 36 ਯੁੱਗ ਦੀ, ਤਾਂ ਇਹ ਵਾਹਿਗੁਰੂ ਮੰਤਰ ਸਾਨੂੰ ਲਿਆ ਕੇ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰ ਰਹੇ ਨੇ ਵਾਹਿਗੁਰੂ ਮੰਤਰ ਦੇ ਉਪਦੇਸ਼ ਦੀ ਸਰਦਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਵਾਸਦੇਵ ਵਾਵਾ ਵਰਨ ਹਾ ਹਰ ਤੇ ਲੈਨ। ਮਹਾਰਾਜ ਜੀ ਕਹਿੰਦੇ ਜਿਹੜਾ ਵਾਵੇ ਦਾ ਵਰਨ ਅੱਖਰ ਹੈ ਨਾ, ਵਾਵਾ, ਇਹ ਵਾਸਦੇਵ ਤੋਂ ਹੈ। ਔਰ ਇसी ਪ੍ਰਕਾਰ ਹਾ ਹਰ ਤੇ ਲੈਨ, ਤੇ ਜਿਹੜਾ ਹਾਹਾ ਅੱਖਰ ਹੈ ਵਾਹੇ ਦਾ, ਵਾਵਾ ਤੋਂ ਵਾਸਦੇਵ, ਹਾਹਾ ਜਿਹੜਾ ਹਰੀ ਤੋਂ ਅੱਖਰ ਲਿਆ ਹੋਇਆ ਹੈ। ਗੱਗਾ ਗੋਬਿੰਦ ਤੇ ਲਿਓ ਰਾਰਾ ਰਾਮ ਪ੍ਰਭੇਨ। ਗੱਗਾ ਗੋਬਿੰਦ ਅੱਖਰ ਤੋਂ ਲਿਆ ਹੋਇਆ ਹੈ, ਰਾਰਾ ਰਾਮ ਜੀ ਤੋਂ ਲਿਆ ਹੋਇਆ ਹੈ। ਕਿਉਂਕਿ ਸਾਧ ਸੰਗਤ ਜੀ ਦੁਆਪਰ ਦੇ ਵਿੱਚ ਗੋਬਿੰਦ ਦਾ ਗੱਗਾ ਹੈ, ਤ੍ਰੇਤੇ ਦੇ ਰਾਮ ਤੋਂ ਰਾਰਾ ਹੈ, ਸਤਿਯੁਗ ਤੋਂ ਵਾਵਾ ਵਾਸਦੇਵ ਹੈ, ਹਾਹਾ ਹਰੀ। ਇਹ ਜਿਹੜਾ ਕਲਯੁਗ ਦਾ ਮੰਤਰ ਹੈ, ਇਸ ਤੋਂ ਹਾਹਾ ਲਿਆ ਹੈ। ਵਾਹਿਗੁਰੂ ਚਾਰ ਅੱਖਰਾਂ ਦਾ ਸੁਮੇਲ ਇਉਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਚਉਪਏ ਏਕ ਨਾਮ ਤੇ ਚਤਰ ਸੋ ਜਾਪੋ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰਸਿੱਖੋ, ਇਹ ਚਾਰ ਯੁੱਗਾਂ ਦਾ ਮੰਤਰ ਹੈ, ਇੱਕੇ ਯੁੱਗ ਦਾ ਮੰਤਰ ਨਹੀਂ ਹੈ। ਕਿਉਂਕਿ ਬਾਕੀ ਦੇ ਜਿਹੜੇ ਚਾਰ ਯੁੱਗ ਹੋਏ ਹੈ, ਸਤਿਯੁਗ ਦੇ ਵਿੱਚ ਵਾਸਦੇਵ ਸੀਗਾ, ਤ੍ਰੇਤੇ ਦੇ ਵਿੱਚ ਰਾਮ ਸੀ, ਦੁਆਪਰ ਦੇ ਵਿੱਚ ਗੋਬਿੰਦ ਸੀ, ਕਲਯੁਗ ਦਾ ਹਰੀ ਹੈ। ਅਸਾਂ ਚਾਰਾਂ ਹੀ ਯੁੱਗਾਂ ਦਾ ਸੁਮੇਲ ਕਰਕੇ ਤੇ ਇਹ ਵਾਹਿਗੁਰੂ ਮੰਤਰ ਚਾਰ ਯੁੱਗ ਦਾ ਫਲਦਾਇਕ ਅਸੀਂ ਮੰਤਰ ਬਖਸ਼ਿਸ਼ ਕੀਤਾ ਹੈ, ਲਿਆਂਦਾ ਮਾਤ ਲੋਕ ਤੇ। ਯਾਂਤੇ ਹੈ ਇਹ ਅਧਿਕ ਪ੍ਰਤਾਪ। ਇਸ ਵਾਸਤੇ ਇੱਕ ਚੀਜ਼ ਇਕੱਲੀ ਦਾ ਹੋਣਾ, ਦੋ ਉਸ ਤੋਂ ਵੱਧ ਹੁੰਦੀਆਂ, ਤਿੰਨ ਉਸ ਤੋਂ ਵੱਧ, ਤੇ ਚਾਰ ਦੀ ਗਿਣਤੀ ਸਾਰਿਆਂ ਤੋਂ ਵੱਧ, ਕਿਉਂਕਿ ਚਾਰ ਤੋਂ ਅੱਗੇ ਗਿਣਤੀ ਕੋਈ ਨਹੀਂ। ਇਹ ਜੁਗਨ ਕੀ ਚੌਕੜੀ ਫਰਾਈ ਫਿਰਤ ਹੈ। ਚਾਰ ਚਾਰ ਯੁੱਗਾਂ ਦੀਆਂ ਚੌਕੜੀਆਂ ਪਤਾ ਨਹੀਂ ਤੁਰੀਆਂ ਹੀ ਆਉਂਦੀਆਂ।
ਜਿਵੇਂ ਖੂਹ ਦੀ ਮਾਲ ਆਉਂਦੀ ਹੈ, ਟਿੰਡਾਂ ਆਉਂਦੀਆਂ ਹੈ, ਇਸੇ ਤਰ੍ਹਾਂ 4-4 ਯੁੱਗਾਂ ਦੀ ਇੱਕ ਇੱਕ ਚੌਂਕੜੀ ਹੁੰਦੀ ਹੈ। ਸਤਯੁਗ, ਦੁਆਪਰ, ਤ੍ਰੇਤਾ ਤੇ ਕਲਯੁਗ। ਇਹ ਪਤਾ ਨਹੀਂ ਕਿੰਨੀਆਂ ਕਿ ਚੌਂਕੜੀਆਂ ਬੀਤੀਆਂ, ਕਿੰਨੀਆਂ ਕੁ ਅੱਗੇ ਬੀਤਣੀਆਂ ਹਨ। ਸੰਸਾਰ ਦੀ ਮਰਜ਼ਾਦਾ ਤੁਰੀ ਜਾਂਦੀ ਹੈ। ਸੋ ਇसी ਪ੍ਰਕਾਰ ਸੰਗਤ ਜੀ ਮਹਾਰਾਜ ਕਹਿਣ ਲੱਗੇ, ਇੱਕ ਯੁੱਗ ਦਾ ਇੱਕ ਅੱਖਰ ਮੰਤਰ ਦਾ, ਜਿਵੇਂ ਤ੍ਰੇਤੇ ਦਾ ਰਾਮ ਹੈ, ਦੁਆਪਰ ਕ੍ਰਿਸ਼ਨ ਮੁਰਾਰੀ ਜੀ ਦੇ ਸਮੇਂ ਗੋਬਿੰਦ ਜਪਿਆ ਜਾਂਦਾ ਸੀ। ਅਸਾਂ ਜਿਹੜਾ 4 ਅੱਖਰਾਂ ਦਾ ਸੁਮੇਲ ਕਰਕੇ ਮੰਤਰ ਤੁਹਾਨੂੰ ਦਿੱਤਾ ਹੈ ਨਾ, ਇਹ 4 ਯੁੱਗਾਂ ਦਾ ਸਮੂਲਚਾ ਮੰਤਰ ਹੈ। ਇਹਦੀ ਮਹਾਨਤਾ ਸਾਰੇ ਯੁੱਗਾਂ ਦੇ ਮੰਤਰਾਂ ਤੋਂ ਜ਼ਿਆਦਾ ਹੈ। ਦੂਸਰ ਅਰਥ ਔਰ ਸੁਨ ਲੈ ਜਾਏ। ਗਰੀਬ ਨਵਾਜ ਕਹਿਣ ਲੱਗੇ, ਇਹਦੇ ਅਰਥ ਭਾਵ ਵੀ ਸੁਣ ਲਓ, ਅਸੀਂ ਤੁਹਾਨੂੰ ਸਮਝਾਉਂਦੇ ਹਾਂ ਵਾਹਿਗੁਰੂ ਦਾ ਭਾਵ ਕੀ ਹੈ। ਜਾਪ ਕਰੇ ਸਭ ਸੰਕਟ ਛਿਜਾਏ। ਇਹ ਜਿਹਾ ਮੰਤਰ ਹੈ ਵਾਹਿਗੁਰੂ, ਇਹਦੇ ਜਾਪ ਕਰਨ ਦੇ ਨਾਲ ਕੋਈ ਦੁੱਖ ਤਕਲੀਫ ਵਿਪਤਾ ਵਿਆਧ ਰਹਿ ਹੀ ਨਹੀਂ ਜਾਂਦੀ। ਸੰਕਟ ਮੋਚਨ ਕਹਿ ਦਿੰਦੇ ਨਾ, ਇਹ ਸਾਰਿਆਂ ਤੋਂ ਵੱਡਾ ਸੰਕਟ ਮੋਚਨ ਹੈ ਵਾਹਿਗੁਰੂ ਸ਼ਬਦ ਦਾ ਮੰਤਰ। ਵਾਹੇ ਨਾਮ ਆਚਾਰਜ ਪਹਿਚਾਨੋ। ਇਹ ਮਹਾਰਾਜ ਦੱਸਦੇ, ਹੁਕਮ ਕਰਦੇ, ਕਹਿੰਦੇ ਗੁਰਸਿੱਖੋ, ਵਾਹ ਨਾਮ ਹੈ ਆਚਾਰਜ ਸਰੂਪ। ਕੋਈ ਚੰਗੇ ਕਰਤਵ ਦਿਖਾਵੇ ਨਾ ਤੇ ਕਈ ਲੋਕ ਆਪ ਮਾਰੇ ਵਾਹ ਵਾਹ ਕਰ ਉੱਠਦੇ ਆ। ਉਹ ਵਾਹ ਇੱਥੇ ਉਹ ਵਾਹ ਹੈ, ਆਚਾਰਜ ਸਰੂਪ ਹੈਰਾਨ ਕਰ ਦੇਣ ਵਾਲਾ ਜੋ ਕਰਤਾ ਹੈ। ਜਹ ਕੇ ਸਤਿਆ ਜਗ ਪ੍ਰਗਟਾਨੋ। ਸਾਰੀ ਸ੍ਰਿਸ਼ਟੀ ਦੇ ਲੋਕ ਉਹਨੂੰ ਆਚਾਰਜ ਸਰੂਪ ਕਿਉਂ ਜਾਣਦੇ ਆ, ਵਾਹ ਵਾਹ ਕਿਉਂ ਕਰਦੇ ਆ, ਉਹਦੇ ਕੌਤਕ ਹੀ ਐਸੇ ਆ। ਜਿੰਨੀ ਵੀ ਸ੍ਰਿਸ਼ਟੀ ਰਚੀ ਹੋਈ ਹੈ, ਉਹਦੀ ਸਤਾ ਜਿਹੜੀ ਹੈ, ਉਹਦੀ ਤਾਕਤ ਸਾਰੀ ਉਸ ਕਰਤੇ ਦੇ ਹੱਥ ਵਿੱਚ, ਇਸ ਕਰਕੇ ਉਹ ਵਾਹ ਸਰੂਪ ਹੈ, ਆਚਾਰਜ ਸਰੂਪ ਹੈ। ਜਹ ਸਤਿਆ ਕਰ ਲਖਿਆਤ ਭਾਵ ਹੈ। ਤੇ ਜਿਹਦੇ ਸਤਾ ਕਰਕੇ, ਤਾਕਤ ਕਰਕੇ ਇਹ ਸਾਰੇ ਸੰਸਾਰ ਨੂੰ ਜਾਣਿਆ ਜਾਂਦਾ ਹੈ। ਉਹ ਕਰਤੇ ਦੀ ਸਤਾ ਹੈ, ਉਹਦੀ ਸਤਾ ਤੋਂ ਬਿਨਾਂ ਇਹ ਸੰਸਾਰ ਨੂੰ ਜਾਣਿਆ ਨਹੀਂ ਜਾਂਦਾ। ਸੋ ਨਹਿ ਲਖੇ ਜਾਏ ਅਨਭਵ ਹੈ। ਤੇ ਉਹ ਸਤਾ ਉਹਦੀ ਜਾਣਨੀ ਔਖੀ ਬਹੁਤ ਹੈ, ਕਿਉਂਕਿ ਉਹ ਅਨੁਭਵ ਪ੍ਰਕਾਸ਼ ਹੈ। ਅਨੁਭਵ ਪ੍ਰਕਾਸ਼, ਅਨੁਭਵ ਜਿਹਨੂੰ ਮਹਿਸੂਸ ਕੀਤਾ ਜਾਵੇ ਉਹਨੂੰ ਅਨੁਭਵ ਕਿਹਾ ਜਾਂਦਾ। ਅਨੁਭਵ ਕਰਨਾ, ਮਹਿਸੂਸ ਕਰਨਾ। ਭੁੱਖ ਲੱਗਦੀ ਹੈ ਜੀਵਾਂ ਨੂੰ ਆਪਣੇ ਕਰਮਾਂ ਮੁਤਾਬਕ, ਤੇ ਜਿੰਨੀ ਕਿਸੇ ਨੂੰ ਭੁੱਖ ਲੱਗਦੀ ਹੈ ਉਹ ਮਹਿਸੂਸ ਹੁੰਦੀ ਹੈ, ਉਹਨੂੰ ਆਪਾਂ ਅਨੁਭਵ ਕਰਦੇ। ਹੁਣ ਭੁੱਖ ਲੱਗੀ ਹੈ, ਭੁੱਖ ਲੱਗਦੀ ਸਾਰਿਆਂ ਨੂੰ, ਕਦੀ ਕਿਸੇ ਦੇਖੀ ਤਾਂ ਨਹੀਂ ਵੀ ਭੁੱਖ ਕਿਹੋ ਜਿਹੀ ਹੁੰਦੀ ਹੈ। ਭੁੱਖ ਲੱਗਣ ਤੋਂ ਬਾਅਦ ਅਨੁਭਵ ਹੁੰਦਾ ਹੈ ਤੇ ਫਿਰ ਪ੍ਰਸ਼ਾਦਾ ਛਕੀਦਾ। ਉਹ ਛਕਣ ਵਾਲੀ ਵਸਤੂ ਦੇਖੀ ਦੀ ਵੀ ਛਕ ਰਹੇ ਆ। ਛਕਣ ਤੋਂ ਬਾਅਦ ਰੱਜ ਜਾਈਦਾ ਹੈ, ਕਹਿੰਦੇ ਆਨੰਦ ਆ ਗਿਆ, ਮਨ ਪ੍ਰਸੰਨ ਹੋ ਗਿਆ। ਇਸ ਤਰ੍ਹਾਂ ਭੁੱਖ ਵੇਖੀ ਨਹੀਂ ਤੇ ਰੱਜ ਵੀ ਨਹੀਂ ਕਿਸੇ ਨੇ ਦੇਖਿਆ, ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨਿਰੰਕਾਰ ਦੇ ਅਨੁਭਵੀ ਪ੍ਰਕਾਸ਼ ਦੇ ਸਰੂਪ ਦੇ ਦਰਸ਼ਨ ਕਰਾਉਂਦੇ। ਕਹਿੰਦੇ ਪੋਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਫੁੱਲ ਵਿੱਚ ਜਿਵੇਂ ਸੁਗੰਧੀ ਵਸਦੀ ਹੈ, ਸੁਗੰਧੀ ਸਾਰਿਆਂ ਨੂੰ ਆਉਂਦੀ ਹੈ, ਨੱਕ ਨਾ ਖਰਾਬ ਕਿਸੇ ਦਾ ਜ਼ਿਆਦਾ ਹੋਇਆ ਹੋਵੇ, ਪਰ ਉਹ ਸੁਗੰਧੀ ਦਿਸਦੀ ਨਹੀਂ ਹੈ। ਇਸੇ ਤਰ੍ਹਾਂ ਮੁਕਰ ਮਾਹੇ ਜੈਸੇ ਛਾਈ। ਮੁਕਰ ਨਾਮ ਹੈ ਸ਼ੀਸ਼ੇ ਦਾ। ਨਿਹੰਗ ਸਿੰਘ ਚੁਗਲ ਵੀ ਕਹਿ ਦਿੰਦੇ ਆ ਸ਼ੀਸ਼ੇ ਨੂੰ ਵੀ ਚੁਗਲੀ ਮਾਰਦਾ ਹੈ। ਤੇ ਇਹਦੇ ਉੱਤੇ ਘਟਾ ਮਿੱਟੀ ਨਾ ਜੰਮਿਆ ਹੋਵੇ ਸ਼ੀਸ਼ੇ ਤੇ। ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਵੋ, ਜਿਹੋ ਜਿਹਾ ਮੁਖ ਕਰੋਗੇ ਉਹੋ ਜਿਹਾ ਸ਼ੀਸ਼ੇ ਵਿੱਚ ਦੀ ਦਿਸ ਪਵੇਗਾ। ਆਪਣਾ ਪ੍ਰਤੀਬਿੰਬ ਸ਼ੀਸ਼ੇ ਦੇ ਵਿੱਚ ਦਿਸ ਪਵੇਗਾ। ਜਦ ਆਪਣਾ ਚਿਹਰਾ ਮੋਹਰਾ ਮੂੰਹ ਇੱਧਰ ਉੱਧਰ ਕਰਕੇ ਪਾਸੇ ਹੋ ਜਾਵੋਗੇ, ਤੁਹਾਡਾ ਕੋਈ ਪ੍ਰਤੀਬਿੰਬ ਸ਼ੀਸ਼ੇ ਵਿੱਚ ਰਹਿ ਨਹੀਂ ਜਾਵੇਗਾ। ਇਸ ਤਰ੍ਹਾਂ ਉਸ ਕਰਤੇ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਉਹ ਅਨੁਭਵ ਪ੍ਰਕਾਸ਼ ਹੈ। ਉਹਦਾ ਜਿਹੜਾ ਪ੍ਰਕਾਸ਼ ਹੈ ਅਨੁਭਵ ਹੈ, ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਪ੍ਰਤੱਖ ਸਰੂਪ ਦੇ ਵਿੱਚ ਦੇਖਿਆ ਨਹੀਂ ਜਾ ਸਕਦਾ। ਜਿਵੇਂ ਰੋਟੀ 'ਤੇ ਵੇਖ ਲੈਂਦੇ ਹਾਂ ਜਾਂ ਖਾਣ ਵਾਲਾ ਪਦਾਰਥਾਂ ਵੇਖ ਲੈਂਦੇ ਹਾਂ, ਭੁੱਖ ਨਹੀਂ ਵੇਖੀ ਜਾਂਦੀ, ਰੱਜ ਵੀ ਨਹੀਂ ਕਿਸੇ ਨੇ ਦੇਖਿਆ, ਰੱਜ ਜਾਂਦੇ ਹਾਂ, ਪ੍ਰਸੰਨ ਹੋ ਜਾਂਦੇ, ਕਹਿੰਦੇ ਵੀ ਆਨੰਦ ਹੋ ਗਏ। ਇਸੇ ਤਰ੍ਹਾਂ ਪਰਮੇਸ਼ਵਰ ਦੀ ਪ੍ਰਾਪਤੀ ਦੇ ਆਨੰਦ ਨੂੰ
ਉਹਦੀ ਕਸ਼ਿਸ਼ ਨੂੰ, ਖਿੱਚ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਪ੍ਰਾਪਤੀ ਤੇ ਪ੍ਰਸੰਨਤਾ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਉਹ ਪ੍ਰਾਪਤੀ ਹੁੰਦੀ ਕਿਵੇਂ? ਜਿਵੇਂ ਆਪਾਂ ਪ੍ਰਸ਼ਾਦਾ ਛਕਦੇ ਹਾਂ, ਕਰਤੇ ਦਾ ਸਿਮਰਨ ਕਰਨਾ, ਸੇਵਾ ਕਰਨੀ, ਭਜਨ ਕਰਨਾ, ਪਰਉਪਕਾਰ ਕਰਨਾ, ਇਹ ਸਾਰੇ ਕਾਰਜ ਉਸ ਦੀ ਪ੍ਰਾਪਤੀ ਦੇ ਹਨ। ਸੋ ਇਸ ਤਰ੍ਹਾਂ ਗਰੀਬ ਨਵਾਜ ਕਹਿੰਦੇ ਭਾਈ ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਅਤੇ ਉਹਨੂੰ ਅਨੁਭਵ ਜਿਹੜਾ ਹੈ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਉਹਦੇ ਕੌਤਕਾਂ ਨੂੰ ਦੇਖ ਕੇ। ਉਹਦੇ ਜਦ ਆਪਾਂ ਕੌਤਕ ਦੇਖਦੇ ਹਾਂ ਕਿ ਮਹਾਰਾਜ ਕਹਿੰਦੇ ਆ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਪਤਾ ਹੀ ਨਹੀਂ ਕਿੰਨੇ ਕੁ ਆਕਾਸ਼ ਪਤਾਲ ਉਹਨੇ ਬਣਾਏ ਹੋਏ ਆ। ਨਦੀਆਂ ਨਾਲੇ, ਝਰਨੇ, ਸਮੁੰਦਰ ਬਣਾਏ ਹੋਏ ਆ। ਇਹੋ ਜਿਹੇ ਪਹਾੜਾਂ ਦੀ ਰਚਨਾ ਕੀਤੀ ਹੋਈ ਹੈ, ਇਹੋ ਜਿਹੇ ਫੁੱਲ ਫਲਾਂ ਦੀ ਰਚਨਾ ਕੀਤੀ ਹੋਈ ਹੈ, ਜਿਸ ਨੂੰ ਜੀਵ ਵੇਖ ਕੇ ਆਪ ਮੁਹਾਰੇ ਆਪਣੇ ਆਪ ਹੀ ਵਾਹ ਵਾਹ ਕਰ ਉੱਠਦਾ। ਉਹ ਵਾਹ ਸਰੂਪ ਹੈ ਕਰਤਾ। ਦੋਹਰਾ ਜਾਂ ਤੇ ਸੋ ਆਚਾਰਜ ਪਾਇਓ, ਗੁਰੂ ਅਰਥ ਸੁਨ ਕਾਨ। ਇਸ ਵਾਸਤੇ ਉਹ ਅਚਰਜ ਸਰੂਪ ਹੈ, ਉਹਦੇ ਕੌਤਕ ਹੈਰਾਨ ਕਰਨ ਵਾਲੇ ਹਨ। ਅੰਧਕਾਰ ਗੋ ਨਾਮ ਹੈ, ਰੋ ਪ੍ਰਕਾਸ਼ ਪਹਿਚਾਨ। ਅੱਗੇ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ, ਕਹਿੰਦੇ ਭਾਈ ਜਿਹੜਾ ਰੂ ਨਾਮ ਹੈ ਨਾ, ਉਹ ਹੈ ਅੰਧਕਾਰ ਦਾ ਨਾਮ, ਅੰਧੇਰੇ ਦਾ ਨਾਮ ਹੈ। ਸੋ ਇਸੇ ਪ੍ਰਕਾਰ ਗੋ ਨਾਮ ਹੈ ਅੰਧੇਰੇ ਦਾ, ਰੂ ਨਾਮ ਹੈ ਪ੍ਰਕਾਸ਼ ਦਾ। ਜਿਹੜਾ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਚਾਨਣ ਕਰਦਾ, ਉਹਨੂੰ ਗੁਰੂ ਕਿਹਾ ਜਾਂਦਾ ਹੈ। ਕਿਉਂਕਿ ਵਾਹਿਗੁਰੂ ਦੇ ਅਰਥ ਸੱਚੇ ਪਾਤਸ਼ਾਹ ਵਾਹ ਤੇ ਅਚਰਜ ਸਰੂਪ ਹੈ। ਗੋ ਨਾਮ ਅੰਧੇਰੇ ਦਾ, ਰੂ ਨਾਮ ਚਾਨਣ ਦਾ ਹੈ। ਸੋ ਸੰਗਤ ਜੀ, ਵਿਚਾਰ ਗੋਚਰੀ ਲੋੜ ਹੈ। ਆਪਣੇ ਘਰਾਂ ਦੇ ਵਿੱਚ ਪਸ਼ੂਆਂ ਦੇ ਬੱਚੇ ਪੈਦਾ ਹੁੰਦੇ ਆ, ਆਮ ਜੱਟਾਂ ਜ਼ਿਮੀਂਦਾਰਾਂ ਦੇ, ਅਤੇ ਉਹਨਾਂ ਨੂੰ ਬੱਚੇ ਪੈਦਾ ਕਰਨ ਵਾਸਤੇ ਘਰ ਦਾ ਮਾਲਕ ਜਿਹੜਾ ਹੈ ਉਹ ਵਿਚਾਰਾ ਮਦਦ ਕਰਦਾ ਹੈਗਾ ਉਹਨਾਂ ਦੀ ਬੱਚੇ ਪੈਦਾ ਕਰਨ 'ਤੇ। ਫਿਰ ਬੱਚਾ ਪੈਦਾ ਹੋ ਜਾਂਦਾ ਹੈ, ਫਿਰ ਉਹਨੂੰ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਂਦਾ ਹੈ। ਉਹਦੇ ਵਿੱਚ ਕੋਈ ਜ਼ਿਆਦਾ ਰੋਲ ਜਿਹੜਾ ਹੈ ਕੁਦਰਤ ਦਾ ਘੱਟ ਅਤੇ ਮਨੁੱਖ ਦਾ ਜ਼ਿਆਦਾ ਮੰਨਿਆ ਜਾਂਦਾ ਹੈ ਤਾਂ ਕੁਦਰਤ ਦਾ ਵੀ, ਕੁਦਰਤ ਦੇ ਹੀ ਖੇਲ ਹਨ, ਪਰ ਮਨੁੱਖ ਦੀ ਮਦਦ ਜ਼ਿਆਦਾ ਹੈ। ਜਿਹੜੇ ਜੰਗਲਾਂ ਦੇ ਵਿੱਚ ਜੀਵ ਰਹਿੰਦੇ ਆ, ਕੌਣ ਸੰਗਤ ਜੀ ਉਹਨਾਂ ਦੀ ਸੇਵਾ ਕਰਦਾ ਹੈ? ਮੀਂਹ ਪੈਂਦੇ, ਸਰਦੀਆਂ ਦੀ ਰੁੱਤ ਹੁੰਦੀ ਹੈ, ਬਰਫਾਂ ਜੰਮਦੀਆਂ, ਉਹਦੇ ਵਿੱਚ ਹੀ ਜਾਨਵਰ ਜਿਹੜੇ ਨੇ ਜੰਗਲ ਦੇ ਬੱਚੇ ਪੈਦਾ ਕਰਦੇ। ਕਿੰਨੇ ਕਿਸੇ ਬੱਚੇ ਦੇ ਕੰਨ ਵਿੱਚ ਮੰਤਰ ਫੂਕਿਆ ਹੈ ਕਿ ਤੇਰੀ ਜਿਹੜੀ ਜੀਵਨੀ ਹੈ ਉਹ ਮਾਂ ਦਾ ਦੁੱਧ ਹੈ, ਤੂੰ ਦੁੱਧ ਪੀ ਉੱਠ ਕੇ। ਕੋਈ ਨਹੀਂ ਫੂਕਦਾ, ਉਹ ਕਰਤਾ ਹੀ ਮੰਤਰ ਉਹਦੇ ਮਨ ਵਿੱਚ, ਉਹਦੇ ਕੰਨ ਵਿੱਚ ਫੂਕਦਾ ਹੈ, ਤੈਨੂੰ ਮਾਤ ਲੋਕ 'ਤੇ ਭੇਜਿਆ, ਤੇਰਾ ਜੀਵਨ ਤੇਰੀ ਮਾਂ ਦਾ ਦੁੱਧ ਹੈ। ਉਹ ਗੋਡਿਆਂ 'ਤੇ ਭਾਰ ਉੱਠਦਾ ਉੱਠਦਾ, ਰਿੜਦਾ ਖਿੜਦਾ, ਸਭ ਤੋਂ ਪਹਿਲਾਂ ਮਾਂ ਦੇ ਦੁੱਧ ਦੇ ਜਾ ਕੇ ਚੁੰਘਣਾ ਸ਼ੁਰੂ ਕਰਦਾ ਹੈ। ਜੰਗਲ ਦੇ ਵਿੱਚ ਜੀਵ ਨੂੰ ਗਿਆਨ ਦੇ ਦਾਤਾ ਜਿਹੜਾ ਹੈ ਉਹ ਕਰਤਾ ਪੁਰਖ ਹੈ। ਕੋਈ ਜੀਵ ਉਸ ਨੂੰ ਗਿਆਨ ਨਹੀਂ ਦਿੰਦਾ। ਉਹਦੀ ਮਾਂ ਵੀ ਨਹੀਂ ਉਹਨੂੰ ਕਹਿ ਸਕਦੀ ਵੀ ਮੇਰਾ ਦੁੱਧ ਉੱਠ ਕੇ ਪੀ, ਇਹ ਤੇਰਾ ਜੀਵਨ ਹੈ। ਕਰਤਾ ਪੁਰਖ ਵਾਹਿਗੁਰੂ ਉਹਨੂੰ ਸਮੱਤ ਦਿੰਦਾ ਹੈ। ਬੱਚਾ ਪੈਦਾ ਹੁੰਦਾ, ਸਹਿਜੇ ਸਹਿਜੇ ਹਿਲਦਾ ਹਿਲਦਾ, ਉੱਠਦਾ ਉੱਠਦਾ, ਗੋਡਿਆਂ ਭਾਰ ਹੋ ਕੇ ਡਿੱਗਦਾ ਡਿੱਗਦਾ ਮਾਂ ਦੇ ਦੁੱਧ ਨੂੰ ਹੀ ਪਹਿਲਾਂ ਮੂੰਹ ਵਿੱਚ ਜਾ ਕੇ ਪਾਉਂਦਾ ਹੈ। ਉਹ ਜਿਹੜਾ ਇਹਨਾਂ ਜੀਵਾਂ ਨੂੰ ਗਿਆਨ ਦੇਣ ਵਾਲਾ ਹੈ ਉਹ ਗੁਰੂ ਹੈ, ਰੂਪ ਪ੍ਰਕਾਸ਼ ਸਰੂਪ ਹੈ। ਛਾਉ ਪਏ ਅੰਧਕਾਰ ਵਤ ਦੇਹ ਅਨਿਤਾ। ਕਿਉਂਕਿ ਅੰਧਕਾਰ ਸਾਰੀ ਸ੍ਰਿਸ਼ਟੀ ਤੇ ਪਸਰਿਆ ਹੋਇਆ ਹੈ, ਤੇਹ ਪ੍ਰਕਾਸ਼ ਦੇਨੋ ਸੋ ਚਿਤਾ। ਤੇ ਅੰਧਕਾਰ ਸਰੀਰ ਦੇ ਵਿੱਚ ਵੀ ਹੈ, ਸਾਡੇ ਹਿਰਦੇ ਦੇ ਵਿੱਚ ਵੀ ਅੰਧਕਾਰ ਫਸਿਆ ਹੋਇਆ, ਵਸਿਆ ਹੋਇਆ। ਉਹ ਕਰਤਾ ਪੁਰਖ ਵਾਹਿਗੁਰੂ ਅੰਧਕਾਰ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਚਾਨਣ ਬਖਸ਼ਿਸ਼ ਕਰਦਾ ਹੈ। ਤਾਂ ਕੋ ਵਾਹਿਗੁਰੂ ਏਮ ਨਾਮ। ਇਸ ਕਰਕੇ ਮਹਾਰਾਜ ਕਹਿੰਦੇ ਉਹਦਾ ਨਾਮ ਵਾਹਿਗੁਰੂ। ਵਾਹਿਗੁਰੂ ਅਚਰਜ ਸਰੂਪ ਹੈ। ਗੋ ਨਾਮ ਅੰਧੇਰੇ ਦਾ, ਰੂ ਨਾਮ ਚਾਨਣ ਪ੍ਰਕਾਸ਼ ਦਾ ਹੈ। ਜਪ ਹਵੈ ਚਤਰ ਪਦਾਰਥ ਧਾਮ। ਜਿਹੜਾ ਵੀ ਵਾਹਿਗੁਰੂ ਮੰਤਰ ਨੂੰ ਜਪਦਾ ਹੈ ਨਾ, ਉਹਨੂੰ ਚਾਰ ਪਦਾਰਥ ਧਰਮ ਅਰਥ ਕਾਮ ਮੋਖ, ਮਾਣ ਸਤਿਕਾਰ ਦੀ ਵੀ ਉਹਨੂੰ ਕਮੀ ਨਹੀਂ ਰਹਿ ਜਾਂਦੀ ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ। ਸੋ ਸੰਗਤ ਜੀ, ਆਮ ਬਾਲ ਸਰੂਪ ਦੇ ਵਿੱਚ ਦਰਸ਼ਨ ਕਰਦੇ ਰਿਹਾ ਦਾਸ। ਕਾਰ ਸੇਵਾ ਵਾਲੇ ਸਾਧੂ ਸਿਰਫ ਟੋਕਰੀ ਚਲਾਇਆ ਕਰਦੇ ਸੀ, ਮੰਤਰ ਵਾਹਿਗੁਰੂ ਦਾ ਜਾਪ ਨਹੀਂ ਸੀ ਕਰਦੇ।
ਮਹਾਂਪੁਰਖ ਬਾਬਾ ਜੀਵਨ ਸਿੰਘ ਜੀ, ਬਾਬਾ ਦਲੀਪ ਸਿੰਘ ਜੀ ਜਦ ਇਸ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਆਏ, ਇੱਥੋਂ ਕਲਗੀਧਰ ਮਹਾਰਾਜ ਦੇ ਇਹ ਜਿਹੇ ਪਹਿਰੇ ਲੱਗੇ। ਵਾਹਿਗੁਰੂ ਮੰਤਰ ਦਾ ਜਾਪ ਕਾਰ ਸੇਵਾ ਦੇ ਵਿੱਚ ਤਦੋਂ ਤੋਂ ਦੋਵਾਂ ਮਹਾਂਪੁਰਖਾਂ ਨੇ ਆਰੰਭ ਕੀਤਾ। ਭਾਵ ਵਾਹਿਗੁਰੂ ਮੰਤਰ ਜਿਹੜਾ ਹੈ ਸਾਧ ਸੰਗਤ ਜੀ, ਸੋਨੇ ਤੇ ਸੁਹਾਗਾ ਨਹੀਂ। ਇਹ ਇਸ ਤਰ੍ਹਾਂ ਹੈ ਜਿਵੇਂ ਇੱਕ ਪੰਛੀ ਦੇ ਦੋ ਖੰਭ ਹੋਣ ਤੇ ਇੱਕ ਖੰਭ ਦੇ ਨਾਲ ਤੇ ਉੱਡ ਨਹੀਂ ਸਕਦਾ। ਸੇਵਾ ਇੱਕ ਖੰਭ ਹੈ, ਸਿਮਰਨ ਦੂਆ ਖੰਭ ਹੈ ਪੰਛੀ ਦਾ, ਜੀਵ ਰੂਪ ਪੰਛੀ ਦਾ, ਜਿਹਦੇ ਆਸਰੇ ਤੇ ਇਹ ਲੰਮੀਆਂ ਉਡਾਰੀਆਂ ਮਾਰਦਾ, ਬਿਰਤੀ ਉੱਚੀ ਚੜ੍ਹਦੀ ਹੈ। ਸੋ ਮਹਾਂਪੁਰਖਾਂ ਨੇ ਸੇਵਾ ਦੇ ਨਾਲ ਸਿਮਰਨ ਦੀ ਵੀ ਆਰੰਭਤਾ ਕਰਵਾਈ। ਇਸ ਵਾਸਤੇ ਮਹਾਰਾਜ ਕਹਿੰਦੇ ਵਾਹਿਗੁਰੂ ਜਿਹੜਾ ਸ਼ਬਦ ਹੈ ਨਾ, ਇਹਦੇ ਜਪਣ ਦੇ ਨਾਲ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਦੀ ਪ੍ਰਾਪਤੀ ਹੁੰਦੀ ਹੈ। ਬੂਝੈ ਪੁਨ ਜੇ ਵਾਹਿਗੁਰੂ ਗਾਵਹਿ। ਹਾਂਜੀ, ਬੂਝੈ ਪੁਨ ਜੇ ਵਾਹਿਗੁਰੂ ਗਾਵਹਿ। ਇਹ ਜੇ ਕੋਈ ਪੁੱਛੇ ਵੀ ਜਿਹੜਾ ਵਾਹਿਗੁਰੂ ਸ਼ਬਦ ਦਾ ਜਾਪ ਹੈ, ਇਹਦੇ ਗਾਉਣ ਦੇ ਨਾਲ ਕਿਸ ਬਿਧ ਚਾਰ ਪਦਾਰਥ ਪਾਵਹਿ। ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਕਿਵੇਂ ਹੁੰਦੀ? ਜੇ ਕੋਈ ਸਵਾਲ ਕਰ ਦੇਵੇ ਵੀ ਵਾਹਿਗੁਰੂ ਕੀ ਹੈ, ਜਿਹਦੇ ਨਾਲ ਚਾਰ ਪਦਾਰਥ ਮਿਲਦੇ ਹਨ। ਗੁਰੂ ਪਨਿਓ ਸਤ ਸੰਗਤ ਜਾਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਜਿਹੜੇ ਗੁਰੂ ਕੀ ਸੰਗਤ ਵਿੱਚ ਜਾਣਾ ਹੈ, ਡਗਮਗ ਅਸਵ ਮਖ ਹਵੈ ਫਲ ਤਾਂਤੇ। ਤੇ ਉਥੇ ਹਾਂਜੀ ਡਗ ਡਗ ਅਸਵ ਮਖ ਹਵੈ ਫਲ ਤਾਂਤੇ। ਗਰੀਬ ਨਵਾਜ ਦੱਸਦੇ, ਕਹਿੰਦੇ ਗੁਰੂ ਕੀ ਸੰਗਤ ਵਿੱਚ ਜਾਣ ਦਾ ਹੀ ਫਲ ਇੰਨਾ ਹੈ। ਇੱਕ ਪੈਰ ਗੁਰੂ ਕਾ ਸਿੱਖ ਗੁਰੂ ਕੀ ਸੰਗਤ ਵੱਲ ਚੱਲਦਾ ਹੈ ਨਾ, ਤੇ ਉਹਨੂੰ ਇੱਕ ਅਸ਼ਵਮੇਧ ਯੱਗ ਦਾ ਫਲ ਪ੍ਰਾਪਤ ਹੁੰਦਾ। ਇੰਨਾ ਮਹਾਤਮ ਹੈ ਗੁਰੂ ਕੀ ਸੰਗਤ ਵਿੱਚ ਜਾਣ ਦਾ ਹੀ। ਨਾਮ ਦਾ ਤੇ ਹੈ ਹੀ ਹੈ। ਆਪਾਂ ਚੱਲ ਕੇ ਇੱਕ ਕਦਮ ਵੀ ਗੁਰੂ ਘਰ ਵੱਲ ਨੂੰ ਚੱਲਦੇ ਆਂ, ਤੇ ਜਿੰਨਾ ਮਹਾਤਮ ਅਸ਼ਵਮੇਧ ਜਗ ਕਰਨ ਦਾ ਹੈ, ਉਹਨਾਂ ਇੱਕ ਡਿੰਗ ਇੱਕ ਪੈਰ ਪੱਟਣ ਦਾ ਹੈ ਗੁਰੂ ਘਰ ਵੱਲ, ਗੁਰੂ ਕੀ ਸੰਗਤ ਵੱਲ ਜਾਣ ਦਾ। ਦੋਹਰਾ ਜਿਹ ਧਨ ਕਾਰਨ ਜਤਨ ਜੋ ਕਰ ਹੈ ਲੋਕ ਅਪਾਰ। ਕਈ ਲੋਕ ਬੜੇ ਯਤਨ ਕਰਦੇ ਆ, ਤਰੀਕੇ ਵਰਤਦੇ ਆ ਮਾਇਆ ਦੀ ਪ੍ਰਾਪਤੀ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ੀ ਲੈਣ। ਕਈ ਤਾਂ ਇਹ ਜਿਹੇ ਪਾਪ ਕਰਦੇ ਆ, ਜੇ ਪਾਪਨ ਤੇ ਹੀ ਪਾਪ ਲਿਜਾਈ। ਪਾਪ ਵੀ ਸ਼ਰਮਸ਼ਾਰ ਹੁੰਦਾ ਹੈ, ਇਹ ਜਿਹੇ ਪਾਪ ਕਰ ਲੈਂਦੇ ਆ ਮਾਇਆ ਇਕੱਠੀ ਕਰਨ ਵਾਸਤੇ। ਮਨ ਵਿੱਚ ਇੱਕ ਤਾਂਘ ਹੁੰਦੀ ਹੈ ਵੀ ਸਾਡੇ ਪਾਸ ਮਾਇਆ ਆਵੇ। ਸੋ ਧਨ ਹਰ ਕੇ ਭਗਤ ਕੋ ਮਾਨਵ ਦੇਹ ਹਜ਼ਾਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਿਸ ਪਾਪ ਮਾਇਆ ਇਕੱਠੀ ਕਰਨ ਵਾਸਤੇ ਜੀਵ ਕਰਦਾ ਹੈ, ਉਹ ਧਨ ਗੁਰੂ ਕੇ ਸਿੱਖ ਨੂੰ ਸੰਗਤਾਂ ਆਪ ਹੀ ਵਾਧੂ ਕਰ ਦਿੰਦੀਆਂ। ਕਿਹੜੇ ਗੁਰਸਿੱਖ ਨੂੰ? ਜਿਹੜਾ ਨਾਮ ਜਪਦਾ ਹੈ, ਜਿਹੜਾ ਸਿਮਰਨ ਕਰਦਾ ਨਾ, ਭਜਨ ਕਰਦਾ, ਸੇਵਾ ਕਰਦਾ ਹੈ, ਆਪਣੇ ਆਸਣ ਤੇ ਬੈਠਾ ਰਹਿੰਦਾ, ਕਿੱਥੇ ਜਾਂਦਾ ਨਹੀਂ ਹੈ। ਉਹਨੂੰ ਬੈਠੇ ਬਿਠਾਏ ਨੂੰ ਗੁਰੂ ਕੀਆਂ ਸੰਗਤਾਂ ਬੇਅੰਤ ਮਾਇਆ ਧਨ ਲਿਆ ਕੇ ਅਰਪਣ ਕਰਦੀਆਂ ਹਨ ਸੇਵਾ ਸਿਮਰਨ ਕਰਨ ਵਾਲੇ ਮਹਾਂਪੁਰਖ ਨੂੰ। ਚੌਪਈ ਬੰਧਨ ਕਰਹਿ ਦੇਹ ਧਨ ਆਏ। ਨਿਰਾ ਮਾਇਆ ਹੀ ਨਹੀਂ ਦਿੰਦੇ ਗੁਰਸਿੱਖ ਨੂੰ, ਸੇਵਾ ਕਰਨ ਵਾਲੇ ਨੂੰ, ਸਿਮਰਨ ਕਰਨ ਵਾਲੇ ਨੂੰ। ਕਹਿੰਦੇ ਗੁਰੂ ਕੀ ਸੰਗਤ ਆਣ ਕੇ ਮੱਥਾ ਵੀ ਟੇਕਦੀ ਹੈ, ਨਮਸਕਾਰ ਵੀ ਕਰਦੀ ਹੈ ਗੁਰੂ ਕੇ ਉਸ ਪਿਆਰੇ ਨੂੰ, ਰੱਬੀ ਰੂਹ ਨੂੰ, ਜਿਹੜਾ ਸਿਮਰਨ ਕਰਦਾ ਹੈ, ਭਜਨ ਕਰਦਾ ਹੈ, ਸੇਵਾ ਕਰਦਾ ਹੈ। ਨਾਲ ਮਾਇਆ ਵੀ ਲਿਆ ਕੇ ਦਿੰਦੇ ਹਨ। ਜਨ ਤੇ ਜਾਚ ਹੈ ਆਪਨ ਭਲਾਏ। ਤੇ ਨਾਲ ਜਿਹੜਾ ਸੇਵਾ ਸਿਮਰਨ ਵਾਲਾ ਮਹਾਂਪੁਰਖ ਹੈ, ਮਾਇਆ ਵੀ ਦਿੰਦੇ, ਮੱਥਾ ਵੀ ਟੇਕਦੇ, ਨਾਲ ਉਹ ਮੰਗਦੇ ਆ ਵੀ ਮਹਾਂਪੁਰਖੋ ਕਿਰਪਾ ਕਰਿਓ ਸਾਡਾ ਭਲਾ ਹੋ ਜਾਵੇ, ਅਸੀਂ ਇਸ ਦੁਨੀਆ ਤੋਂ ਸੁਖਾਲੇ ਹੋ ਕੇ ਮੁੱਖ ਉਜਲ ਲੈ ਕੇ ਜਾਈਏ, ਸਾਡੇ ਕਾਰੋਬਾਰਾਂ ਵਿੱਚ ਵਾਧੇ ਪੈਣ ਇਤਿਆਦਿਕ। ਸਿਮਰਨ ਤੇ ਸੇਵਾ ਵਾਲੇ ਮਹਾਂਪੁਰਖਾਂ ਨੂੰ ਤੇ ਆਪਣੇ ਆਸਣ ਤੇ ਬੈਠਿਆਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਉਲਟੇ ਦੁਨੀਆ ਦੇ ਲੋਕ ਉਹਨਾਂ ਪਾਸੋਂ ਮੰਗ ਕੇ ਲੈ ਕੇ ਜਾਂਦੇ ਹਨ। ਹਿਰਦੇ ਕਾਮਨਾ ਭਗਤਾਨ ਜੋਏ। ਜੋ ਵੀ ਕਿਸੇ ਦੇ ਮਨ ਵਿੱਚ ਇੱਛਾ ਹੋਵੇ, ਸ਼੍ਰੀ ਕਰਤਾਰ ਪੁਰਹਾ ਸੋਏ। ਉਹ ਕਰਤਾ ਪੁਰਖ ਵਾਹਿਗੁਰੂ ਉਹਦੀਆਂ ਸਾਰੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ।
ਜਿਹੜਾ ਸਿਮਰਨ ਕਰਨ ਵਾਲਾ, ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਲਾ ਹੈ। ਅਰਥ ਵਾਹਿਗੁਰੂ ਸਮਝਨ ਕਰ ਕੈ। ਸੋ ਇਹ ਜਿਹੜਾ ਵਾਹਿਗੁਰੂ ਸ਼ਬਦ ਦੇ ਅਰਥ ਸਮਝਣੇ ਹਨ ਵੀ ਵਾਹਿਗੁਰੂ ਦੇ ਅਰਥ ਕੀ ਹਨ। ਹੋਏ ਹੈ ਗਿਆਨ ਜਾਏ ਤਮ ਟਰਕੈ। ਇਹਦੇ ਅਰਥ ਜਾਣਨ ਦੇ ਨਾਲ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਚਤੁਰ ਪਦਾਰਥ ਨਾਮ ਅਧੀਨਾ। ਕਿਉਂਕਿ ਜਿਹੜੇ ਚਾਰ ਪਦਾਰਥ ਨੇ, ਧਰਮ ਹੈ, ਅਰਥ ਹੈ, ਕਾਮ ਹੈ, ਮੋਕਸ਼ ਹੈ, ਇਹ ਸਾਰੇ ਵਾਹਿਗੁਰੂ ਮੰਤਰ ਦੇ ਅਧੀਨ ਹਨ। ਜਿਹੜਾ ਵਾਹਿਗੁਰੂ ਮੰਤਰ ਜਪਦਾ ਹੈ ਨਾ, ਸਾਰੀਆਂ ਵਸਤੂਆਂ ਉਹਦੇ ਹੱਥ ਦੇ ਵਿੱਚ ਹਨ, ਉਹਦੇ ਵਸ ਦੇ ਵਿੱਚ ਹਨ। ਜੋ ਚਾਹੇ ਉਹ ਪ੍ਰਾਪਤ ਕਰ ਲਵੇ। ਸਿਮਰਨ ਕਰਨ ਵਾਲਾ ਜੋ ਚਾਹੇ ਕਿਸੇ ਨੂੰ ਦੇ ਦੇਵੇ। ਵਾਹਿਗੁਰੂ ਮੰਤਰ ਤੇ ਸੇਵਾ ਸਿਮਰਨ ਵਾਲੇ ਮਹਾਂਪੁਰਖ ਦੇ ਹੱਥ ਵਿੱਚ ਇਹ ਕੁੰਜੀਆਂ ਸਾਰੀਆਂ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀਆਂ ਹੋਈਆਂ। ਸਿਮਰਨ ਕਰਹੁ ਹੋਏ ਦੁਖ ਛੀਨਾ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਸਿੱਖੋ, ਵਾਹਿਗੁਰੂ ਮੰਤਰ ਦਾ ਜਾਪ ਕਰੋਗੇ ਨਾ, ਸਾਰੇ ਦੁੱਖ ਹੀ ਤੁਹਾਡੇ ਖਤਮ ਹੋ ਜਾਣਗੇ, ਕੋਈ ਦੁੱਖ ਰਹੇਗਾ ਨਹੀਂ। ਦੋਹਰਾ ਸ਼੍ਰੀ ਗੁਰ ਕੋ ਉਪਦੇਸ਼ ਸੁਨ ਕਰਨ ਲਗੇ ਸੋ ਕਾਰ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਸੁਣ ਕੇ ਇਹ ਜਿਹੜੇ ਗੁਰਸਿੱਖ ਸੀਗੇ, ਜੋ ਸਤਿਗੁਰਾਂ ਨੇ ਕਿਹਾ ਨਾ ਵਾਹਿਗੁਰੂ ਮੰਤਰ ਦਾ ਜਾਪ ਜਪਿਆ ਕਰੋ, ਇਹਦੇ ਨਾਲ ਚਾਰ ਪਦਾਰਥ ਪ੍ਰਾਪਤ ਹੁੰਦੇ, ਸਾਰੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਔਰ ਇਹਦਾ ਭਾਵ ਸਮਝਾਇਆ ਸੀਗਾ, ਭਾਈ ਇਹ 4 ਯੁੱਗਾਂ ਦਾ ਜਾਪ ਹੈ। ਇੱਕ ਮੰਤਰ ਇੱਕ ਵਾਰੀ ਪੜ੍ਹਨਾ, ਇੱਕ ਮੰਤਰ ਇੱਕ ਵਾਰ ਪੜ੍ਹਨਾ ਤੇ ਉਹਦਾ 4 ਗੁਣਾ ਮਹਾਤਮ ਜ਼ਿਆਦਾ ਹੋਣਾ। ਇਸ ਵਾਸਤੇ ਫਲ ਤਾਂ ਜ਼ਿਆਦਾ ਹੋਣਾ ਹੀ ਹੈ। ਜੇ ਕੋਈ ਖੇਤੀ ਕਰਦਾ, ਇੱਕ ਦੀ 20 ਮਣ ਨਿਕਲਣੀ, ਇੱਕ ਦੀ 80 ਮਣ ਨਿਕਲਣੀ, 20 ਤੇ 80 ਦਾ ਬੜਾ ਫਰਕ ਹੁੰਦਾ। ਵਾਹਿਗੁਰੂ ਮੰਤਰ ਇਸ ਤਰ੍ਹਾਂ ਦਾ 4 ਗੁਣਾ ਵੱਧ ਫਲ ਦੇਣ ਵਾਲਾ ਇਹ ਮੰਤਰ ਹੈ ਸਾਰੇ ਯੁਗਾਂ ਦੇ ਮੰਤਰਾਂ ਤੋਂ। ਪਿਛਲੇ ਨਿਸ ਇਸ਼ਨਾਨ ਕਰ ਪੜ੍ਹ ਸ਼ਬਦ ਹਿਤ ਧਾਰ। ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਸੀ, ਭਾਈ ਪਿਛਲ ਰਾਤੀ ਜਾਗਣਾ, ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਕੇ ਫਿਰ ਸਿਮਰਨ ਦੇ ਵਿੱਚ ਜੁਟਣਾ ਹੈ। ਉਸ ਵੇਲੇ ਇਕਾਗਰਤਾ ਹੁੰਦੀ ਹੈ। ਚੌਪਈ ਦਿਨ ਸਗਰੋ ਨਿਜ ਕਿਰਤ ਕਮਾਵਹਿ। ਸਾਰਾ ਦਿਨ ਗੁਰਸਿੱਖ ਦਾ ਕਰਮ ਹੈ ਆਪਣੀ ਕਿਰਤ ਕਰਨੀ, 10 ਨੌਹਾਂ ਦੀ ਕਿਰਤ, ਧਰਮ ਦੀ ਕਿਰਤ। ਅਭਿਆਗਤ ਸੋ ਵੰਡਹਿ ਖਾਵਹਿ। ਤੇ ਉਹ ਜਿਹੜੀ ਕਿਰਤ ਹੈ ਨਾ, ਉਹਨੂੰ ਵੀ ਫਲ ਬੜਾ ਲੱਗਦਾ ਹੈ। ਕਿਸ ਤਰ੍ਹਾਂ? ਧਰਮ ਦੀ ਕਿਰਤ ਕਰਨੀ, ਲੋੜਵੰਦਾਂ ਦੇ ਵਿੱਚ ਵੰਡ ਕੇ ਛਕਣੀ। ਪਹਿਲੇ ਵੀ ਦਾਸ ਨੇ ਇੱਕ ਦਿਨ ਬਚਨ ਬੇਨਤੀ ਸਰੂਪ ਕੀਤਾ ਸੀਗਾ, ਸੰਗਤ ਜੀ ਮੁਸਲਮਾਨਾਂ ਦਾ ਇਹ ਮਤ ਹੈ, ਜਿੰਨਾ ਮਰਜ਼ੀ ਉਹਨਾਂ ਕੋਲ ਧਨ ਦੌਲਤ ਹੋਵੇ, ਪਰ ਜੇ ਗਵਾਂਢੀ ਭੁੱਖਾ ਹੈ ਤਾਂ ਉਹ ਆਪਣੇ ਆਪ ਨੂੰ ਰੱਜਿਆ ਨਹੀਂ ਸਮਝਦੇ। ਪਹਿਲਾਂ ਗਵਾਂਢੀ ਦੇ ਦੇਖਦੇ, ਪੜੋਸੀ ਦੇ ਵੀ ਇਹਨੇ ਰੋਟੀ ਖਾਧੀ ਹੈ, ਨਹੀਂ ਖਾਧੀ ਤੇ ਉਹਦਾ ਪ੍ਰਬੰਧ ਕਰਦੇ ਆ। ਸਾਡੇ ਗੁਰਾਂ ਨੇ ਆਂਢ ਗੁਆਂਢ ਤੱਕ ਨਹੀਂ ਸਾਨੂੰ ਰੱਖਿਆ, ਸਾਡੀ ਨਿਗਾਹ ਬੜੀ ਲੰਮੀ ਦੂਰ ਤੱਕ ਕੀਤੀ ਹੈ। ਜਿੱਥੋਂ ਤੱਕ ਵੀ ਕੋਈ ਅਭਿਆਗਤ ਦਿਸਦਾ ਹੈ, ਗਰੀਬ ਆਦਮੀ ਦਿਸਦਾ, ਲੋੜਵੰਦ ਦਿਸਦਾ, ਉਹਦੀਆਂ ਲੋੜਾਂ ਪੂਰੀਆਂ ਕਰਨੀਆਂ ਹਰ ਗੁਰਸਿੱਖ ਨੂੰ ਹੁਕਮ ਸੱਚੇ ਪਾਤਸ਼ਾਹ ਨੇ ਕੀਤਾ ਹੈ। ਅੰਤਰ ਸਵਾਸ ਜੇ ਵਾਹੇ ਮਿਲਾਵੈ। ਨਾਲ ਫਿਰ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਵੀ ਵਾਹਿਗੁਰੂ ਨੂੰ ਜਪਣਾ ਕਿਵੇਂ, ਸਵਾਸਾਂ ਦੇ ਨਾਲ। ਸਵਾਸਾਂ ਨਾਲ ਰਲੂਗਾ ਕਿਵੇਂ ਮੰਤਰ? ਸੱਚੇ ਪਾਤਸ਼ਾਹ ਕਹਿੰਦੇ ਜਦ ਸਵਾਸ ਅੰਦਰ ਨੂੰ ਲੈਂਦੇ ਹੋ ਨਾ ਤੁਸੀਂ, ਉਹ ਵਾਹੇ ਵਾਹੇ ਕਹਿਣਾ, ਵਾਵਾ ਤੇ ਹਾਹਾ, ਇਹ 2 ਸ਼ਬਦਾਂ ਦਾ ਜੋੜ ਲਾ ਕੇ ਅੰਦਰ ਖਿੱਚਣਾ ਸਾਸ। ਨਿਕ ਸਹਿ ਵਹਿਰ ਤਾਂ ਗੁਰੂ ਅਲਾਵੈ। ਤੇ ਜਦ ਸਵਾਸ ਅੰਦਰੋਂ ਹੋ ਕੇ ਫੇਫੜਿਆਂ ਚੋਂ ਬਾਹਰ ਨੂੰ ਆਉਂਦਾ ਹੈ, ਉਹਦੇ ਨਾਲ ਗੁਰੂ ਨੂੰ ਜੋੜ ਲੈਣਾ। ਅੰਦਰ ਸਵਾਸ ਜਾਂਦਾ ਹੈ ਵਾਹੇ, ਅੰਦਰੋਂ ਨਿਕਲਦਾ ਗੁਰੂ, ਵਾਹੇ ਗੁਰੂ। ਫਿਰ ਇਹ ਸਵਾਸਾਂ ਨਾਲ ਤੁਹਾਡਾ ਰਟਨ ਹੋਣਾ ਸ਼ੁਰੂ ਹੋ ਜਾਵੇਗਾ। ਇਸ ਬੇਦ ਆਪਨੋ ਸਮਾ ਬਿਤਾਵਹਿ। ਇਸ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ, ਵਾਹੇ ਸ਼ਬਦ ਦੇ ਨਾਲ, ਗੁਰੂ ਸ਼ਬਦ ਦੇ ਨਾਲ ਆਪਣੇ ਸਵਾਸਾਂ ਨੂੰ ਜੋੜ ਕੇ, ਸਾਸ ਤੇ ਗਰਾਸ ਨੂੰ ਜੋੜ ਕੇ, ਆਪਣੀ 10 ਨੌਹਾਂ ਦੀ ਕਿਰਤ ਕਰਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ। ਸ਼ੋਭ ਤਿਥ ਪੰਚਾ ਮਿਰਤ ਕਰਵਾਵਹਿ। ਨਾਲ ਮਹਾਰਾਜ ਕਹਿਣ ਲੱਗੇ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਾਂ ਰੋਜ਼ਾਨਾ ਵੀ ਹੋ ਜਾਵੇ ਤੇ ਬਹੁਤ ਚੰਗੀ ਗੱਲ ਹੈ। ਮਹਾਰਾਜ ਦੇ ਧਰਮਸ਼ਾਲਾ ਗੁਰ ਅਸਥਾਨ ਤੇ ਚੜ੍ਹਾਈ ਜਾਵੇ, ਭੇਟਾ ਕੀਤੀ ਜਾਵੇ।
ਪਰ ਜੇ ਰੋਜ਼ਾਨਾ ਨਹੀਂ ਕਰ ਸਕਦੇ ਤੇ ਜਿਹੜੀਆਂ ਸ਼ੁਭ ਤਿੱਥਾਂ ਮੰਨੀਆਂ ਹੋਈਆਂ, ਜਦੋਂ ਸੰਗਤਾਂ ਦਾ ਇਕੱਠ ਹੋਵੇ, ਸੰਗਰਾਂਦ ਨੂੰ, ਗੁਰਾਂ ਦੇ ਗੁਰਪੁਰਬਾਂ ਨੂੰ, ਹੋਰ ਪੂਰਨਮਾਸ਼ੀ ਨੂੰ, ਭਾਵ ਜਦੋਂ ਗੁਰੂ ਕੀ ਸੰਗਤ ਦਾ ਇਕੱਠ ਹੋਵੇ, ਉਦੋਂ ਤਾਂ ਬਿਲਕੁਲ ਹੀ ਕੜਾਹ ਪ੍ਰਸ਼ਾਦ ਦੀ ਦੇਗ ਅਤੀ ਜ਼ਰੂਰੀ ਹੈ ਗੁਰਸਿੱਖਾਂ ਨੂੰ ਗੁਰੂ ਘਰ ਦੇ ਵਿੱਚ ਭੇਟਾ ਕਰਨੀ। ਕੇਤਿਓ ਸਮਾ ਬਿਤਿਤਿਓ ਤਿਨ ਕੋ, ਇਸ ਤਰ੍ਹਾਂ ਕੁਝ ਕੁ ਸਮਾਂ ਇਸ ਤਰ੍ਹਾਂ ਬਤੀਤ ਗੁਰਸਿੱਖਾਂ ਦਾ ਹੋਇਆ। ਭਲੇ ਕਰਮ ਕੇ ਰੋਚ ਜੇਨ ਮਨ ਕੋ, ਸੋ ਸੰਗਤ ਜੀ, ਜਿਨ੍ਹਾਂ ਦੀ ਰੁਚੀ ਹੈ ਨਾ ਚੰਗੇ ਕਰਮ ਕਰਨ ਦੀ, ਉਹ ਚੰਗੇ ਕਰਮ ਦਾ ਪੱਲਾ ਪਕੜਦੇ ਹੈ। ਜਿਨ੍ਹਾਂ ਦੀ ਬਿਰਤੀ ਖਰਾਬ ਹੋ ਜਾਂਦੀ ਹੈ, ਜਿਨ੍ਹਾਂ ਦੇ ਬੁੱਧ ਦੀ ਦੁੱਧ ਦੇ ਵਿੱਚ ਕਾਂਜੀ ਪੈ ਜਾਂਦੀ ਹੈ, ਉਹਨਾਂ ਦੀ ਸੋਚ ਖੋਟੀ, ਉਹਨਾਂ ਦਾ ਵਿਕਾਰੀ ਸੁਭਾਅ ਬਣ ਜਾਂਦਾ ਹੈ। ਬਾਣਾ ਕੋਈ ਪਾਇਆ ਹੁੰਦਾ, ਨਿਗਾਹ ਕਿਸੇ ਪਾਸੇ ਨੂੰ ਜਾਂਦੀ, ਕਰਮ ਕੋਈ ਕਰਦੇ, ਵਿਖਾਵੇ ਦਾ ਹੋਰ ਹੁੰਦੇ ਹੈ। ਸੋ ਇਸ ਵਾਸਤੇ ਖੋਟੀ ਬੁੱਧੀ ਵਾਲਿਆਂ ਦੀ ਗੱਲ ਨਹੀਂ ਹੈ। ਇਹ ਜਿਹੜਾ ਵਾਹਿਗੁਰੂ ਮੰਤਰ ਹੈ, ਇਹਦੇ ਨਾਲ ਬੁੱਧੀ ਵੀ ਸੁੱਧੀ ਹੁੰਦੀ ਹੈ। ਕਿਉਂਕਿ ਜਿਹੇ ਜੀ ਬਰਤਨ ਵਿੱਚ ਵਸਤੂ ਹੋਵੇ ਨਾ, ਜਿਹੋ ਜੀ ਪਾਵੇ ਭਾਂਡੇ ਵਿੱਚ ਵਸਤ, ਸਾ ਨਿਕਲੇ ਕਿਆ ਕੋ ਕਰੇ ਵਿਚਾਰਾ। ਕੀ ਉੱਥੇ ਕਰਨਾ? ਜਿਹੜੀ ਭਾਂਡੇ ਵਿੱਚ ਵਸਤੂ ਬੁੱਧੀ ਦੇ ਭਾਂਡੇ ਵਿੱਚ ਪਾਇਆ, ਸਿਮਰਨ ਤੇ ਸਿਮਰਨ ਦੀਆਂ ਖੁਸ਼ਬੂਆਂ ਹੀ ਆਉਣੀਆਂ ਹੈ। ਤੇ ਜੇ ਵਿਖਾਵਾ ਭੇਖ ਦਾ ਕੀਤਾ ਹੋਇਆ ਹੈ, ਅੰਦਰ ਵਿਕਾਰਾਂ ਦਾ ਹੀ ਗੰਦ ਭਰਿਆ ਹੋਇਆ, ਤੇ ਬਦਬੂ ਉਹੋ ਜਿਹੀ ਨਿਕਲਣੀ ਹੈ ਬੁੱਧੀ ਦੇ ਵਿੱਚੋਂ। ਰਸਨਾ ਚੋਂ ਵੀ ਭਾਂਬੜ ਉਹੋ ਜਿਹੇ ਮੱਚਣੇ ਆ, ਜ਼ਬਾਨ ਚੋਂ ਸ਼ਬਦ ਇਹੋ ਜਿਹੇ ਨਿਕਲਣੇ ਆ। ਸੋ ਸਤਿਗੁਰੂ ਕਹਿੰਦੇ, ਮਹਾਰਾਜ ਕਹਿੰਦੇ, ਭਾਈ ਬੁੱਧੀ ਸ਼ੁੱਧ ਹੋ ਜਾਂਦੀ ਵਾਹਿਗੁਰੂ ਸ਼ਬਦ ਜਪਣ ਦੇ ਨਾਲ ਹਿਰਦੇ ਤੋਂ। ਦੋਹਰਾ ਸ਼ੀਂਹ ਕੇ ਇੱਕ ਸੁਤਾ ਥੇ, ਕਰਨ ਲਗਿਓ ਤਿਸ ਵਿਆਹ। ਸੋ ਇਹ ਭਾਈ ਸ਼ੀਹਾਂ ਜਿਹੜਾ ਹੈ ਸਿਮਰਨ ਭਜਨ ਦੇ ਵਿੱਚ ਲੱਗਿਆ ਹੋਇਆ, ਜਿਵੇਂ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਸੀ। ਇੱਕ ਦਿਨ ਭਾਣਾ ਵਰਤਿਆ, ਇਹਨਾਂ ਦੀ ਲੜਕੀ ਨੌਜਵਾਨ ਸੀਗੀ, ਵਿਆਹ ਦੇ ਲਾਇਕ, ਉਹਦਾ ਵਿਆਹ ਰੱਖ ਦਿੱਤਾ। ਆਸਨ ਕਰਾਇਓ ਅਨੇਕ ਬਿਧ, ਨਿਕਟ ਰਹੇ ਦਿਨ ਤਾਹੇ। ਇਸ ਤਰ੍ਹਾਂ ਨਾ ਵਿਆਹ ਦੇ ਦਿਨ ਥੋੜੇ ਰਹਿ ਗਏ। ਉਹਨਾਂ ਜ਼ਮਾਨਿਆਂ ਵਿੱਚ ਇੰਨੇ ਸਾਧਨ ਨਹੀਂ ਸੀਗੇ। ਕਈ ਦਿਨ ਪਹਿਲਾਂ ਹਲਵਾਈ ਬਿਠਾਉਣਾ ਪੈਂਦਾ, ਤਾਂ ਸਾਰੀਆਂ ਮਠਿਆਈਆਂ ਪਦਾਰਥ ਤਿਆਰ ਹੁੰਦੇ। ਸ਼ੀਹੇ ਦੀ ਬੱਚੀ ਦਾ, ਲੜਕੀ ਦਾ ਵਿਆਹ ਹੈ, ਇਹਨੇ ਵੀ ਕਈ ਦਿਨ ਵਿਆਹ ਤੋਂ ਪਹਿਲਾਂ ਸਾਰੀਆਂ ਵਸਤੂਆਂ ਵਿਆਹ ਦੀਆਂ, ਮਠਿਆਈਆਂ ਆਦਿਕ ਤਿਆਰ ਕਰਵਾਈਆਂ। ਚਾਉ ਪਏ ਮਧੁਰ ਸਨਿਗਧ, ਕਰਾਏ ਆਹਾਰਾ। ਬੜੇ ਬੜੇ ਸੋਹਣੇ ਸੁੰਦਰ ਭੋਜਨ ਤਿਆਰ ਕਰਵਾਏ ਹੈ, ਘਿਓ ਦੇ ਵਿੱਚ ਬਣਾਏ ਹੋਏ, ਮਿੱਠੇ ਹੋਰ ਚਿੜਬੜੇ ਆਦਿਕ ਦੇ। ਰਾਖਿਓ ਬਹੁਤ ਅਗਾਰ ਮਝਾਰਾ, ਤੇ ਘਰ ਦੇ ਵਿੱਚ ਨਾ ਉਹ ਸਾਰੀਆਂ ਮਠਿਆਈਆਂ ਤਿਆਰ ਕਰ ਕਰਕੇ ਰੱਖੀਆਂ ਹੋਈਆਂ। ਸਿੱਖ ਗੁਰੂ ਕੇ ਦਰਸ਼ਨ ਜਾਏ। ਕੀ ਭਾਣਾ ਵਰਤਿਆ? ਗੁਰੂ ਕੇ ਸਿੱਖਾਂ ਦਾ ਕਿ ਜਥਾ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਵਾਸਤੇ ਜਾ ਰਿਹਾ ਸੀ। ਘਰ ਸ਼ੀਂਹ ਕੇ ਉਤਰੇ ਆਏ, ਤੇ ਸੰਧਿਆ ਦਾ ਸਮਾਂ ਹੋ ਗਿਆ, ਅੱਗੇ ਜਾਣ ਨੂੰ ਕੋਈ ਰਸਤਾ, ਰਹਿਣ ਨੂੰ ਜਗ੍ਹਾ ਨਹੀਂ ਸੀ। ਭਾਈ ਸ਼ੀਹਾਂ ਗੁਰੂ ਕਾ ਸਿੱਖ ਹੈ। ਇਹ ਸਾਰਾ ਜਥਾ ਭਾਈ ਸ਼ੀਹਾਂ ਦੇ ਘਰੇ ਰਾਤ ਨੂੰ ਉਤਾਰਾ ਕਰ ਗਿਆ। ਹਿਤ ਬਰਾਤ ਕੇ ਜੋ ਪਕਵਾਨੇ, ਇਹ ਜੋ ਪਕਵਾਨ ਭਾਈ ਸ਼ੀਹੇ ਨੇ ਤਿਆਰ ਕੀਤਾ ਹੋਇਆ ਸੀ, ਮਠਿਆਈਆਂ ਬਣਾਈਆਂ ਹੋਈਆਂ ਸੀ ਬਰਾਤੀਆਂ ਵਾਸਤੇ। ਸ਼ੀਂਹ ਦੇਨੇ ਸੋ ਤੈਨ ਖਾਨੇ, ਆਪਣੇ ਧਨ ਭਾਗ ਸਮਝ ਕੇ ਭਾਈ ਸ਼ੀਹੇ ਨੇ ਉਹ ਬਰਾਤ ਨੂੰ ਦੇਣ ਵਾਲੀ ਮਠਿਆਈ ਸਾਰੀ ਗੁਰਸਿੱਖਾਂ ਵਿੱਚ ਵਰਤਾ ਦਿੱਤੀ। ਸੰਗਤ ਬਹੁਤ ਸਦਨ ਮਹਿ ਜੋ, ਬਹੁਤ ਸੰਗਤਾਂ ਦਾ ਵੱਡਾ ਭਾਰੀ ਇਕੱਠ ਹੋਇਆ ਸੀ। ਸਭ ਪਕਵਾਨ ਖਾਏ ਗਏ ਸੋ। ਉਹ ਸੰਗਤ ਇੰਨੀ ਜ਼ਿਆਦਾ, ਜਿੰਨਾ ਪਕਵਾਨ ਪੱਕਿਆ ਹੋਇਆ ਸੀ ਸਾਰਾ ਹੀ ਸੰਗਤ ਵਿੱਚ ਵਰਤ ਗਿਆ। ਦੋਹਰਾ ਅਗਲੇ ਦਿਨ ਮੈਂ ਜੰਜਨ, ਹੋ ਤੋ ਆਵਨੋ ਧਾਮ। ਭਾਣਾ ਇਹ ਜਿਹਾ ਵਰਤਿਆ ਵੀ ਵਿੱਚ ਕੋਈ 2-4 ਦਿਨ ਦਾ ਟਾਈਮ ਵੀ ਨਹੀਂ ਸੀ, ਨਵਾਂ ਹੋਰ ਪਦਾਰਥ ਵਸਤੂ ਤਿਆਰ ਹੋ ਜਾਂਦੀ। ਅਗਲੇ ਦਿਨ ਹੀ ਬਰਾਤ ਨੇ ਆਉਣਾ ਸੀਗਾ। ਸੰਗਤ ਬੜ ਪੁਨਸਾਰ ਤੇ ਗਵਨੇ ਲੈ ਗੁਰ ਨਾਮ। ਉਹ ਜਿਹੜੀ ਸੰਗਤ ਆਈ ਹੋਈ ਸੀਗੀ, ਰਾਤ ਨੂੰ ਲੰਗਰ ਪ੍ਰਸ਼ਾਦਾ ਛਕਿਆ, ਵੱਡਿਓ ਅੰਮ੍ਰਿਤ ਵੇਲੇ ਉਹ ਤਾਂ ਚਾਲਾ ਮਾਰ ਗਏ, ਤੁਰ ਗਏ। ਚਾਉ ਪਏ ਚਿੰਤ ਕਰੈ ਸ਼ੀਂਹ ਕੀ ਨਾਰ। ਇੱਧਰ ਜਿਹੜੀ ਸ਼ੀਂਹ ਦੀ ਘਰ ਵਾਲੀ, ਉਹਨੂੰ ਬੜੀ ਫਿਕਰ ਹੋ ਗਈ ਵੀ ਮਠਿਆਈ ਤਾਂ ਬਚੀ ਨਹੀਂ, ਬਰਾਤ ਨੂੰ ਕੀ ਦੇਵਾਂਗੇ। ਤਨਕ ਨਿਕੇਤ ਨਾ ਰਹਿਓ ਆਹਾਰ। ਕਹਿਣ ਲੱਗੀ ਕਿ ਤਿਣਕੇ ਜਿੰਨਾ ਵੀ, ਤੀਲੇ ਜਿੰਨਾ ਵੀ ਘਰ ਵਿੱਚ ਭੋਜਨ ਨਹੀਂ ਰਹਿ ਗਿਆ, ਸਾਰੇ ਗੁਰਸਿੱਖਾਂ ਵਿੱਚ ਵਰਤ ਗਿਆ ਹੈ। ਆਵੇ ਅਬ ਬਰਾਤ ਕਿਆ
ਖਾਹੇ। ਹੁਣ ਬਰਾਤ ਆਊਗੀ ਸਾਡੇ ਘਰੇ, ਕੀ ਛਕਣਗੇ ਆਣ ਕੇ? ਖਾਣ ਨੂੰ ਤਾਂ ਹੈ ਕੁਛ ਨਹੀਂ ਬਚਿਆ। ਤੋਰਨ ਤਿਆਰ ਹੋਤ ਕਸ ਨਾਹੇ। ਤੇ ਝਟਪਟ ਇੰਨੀ ਤਿਆਰੀ ਕੋਈ ਨਹੀਂ ਜਿਹੜੀ ਇੰਨੀ ਛੇਤੀ ਵਸਤੂਆਂ ਤਿਆਰ ਹੋ ਜਾਣਗੀਆਂ। ਕਿਸ ਪ੍ਰਕਾਰ ਲਾਜ ਰਹਿ ਆਵਹਿ। ਮਨ ਦੇ ਵਿੱਚ ਵਿਚਾਰਾਂ ਕਰਦੀ ਹੈ ਭਾਈ ਸ਼ੀਹੇ ਜੀ ਦੀ ਧਰਮ ਸੁਪਤਨੀ, ਕਹਿੰਦੀ ਸਾਡੀ ਪਤ ਹੁਣ ਰੱਬ ਕਿਵੇਂ ਬਚਾਊਗਾ? ਇੰਨੀ ਜਲਦੀ ਤਿਆਰ ਨਹੀਂ ਹੋ ਸਕਦਾ ਕੁਝ ਪਦਾਰਥ ਵਸਤੂ, ਔਰ ਹੈ ਘਰ ਤੀਲੇ ਜਿੰਨੀ ਵੀ ਵਸਤੂ ਕੋਈ ਬਾਚੀ ਹੋਈ ਨਹੀਂ ਜੋ ਬਰਾਤੀਆਂ ਨੂੰ ਅਸੀਂ ਦੇ ਸਕੀਏ। ਸਗਰੇ ਜਾਗਤ ਨਿੰਦ ਪ੍ਰਗਟਾਵਹਿ। ਉਹ ਬੀਬੀ ਮਨ ਵਿੱਚ ਸੋਚਦੀ, ਕਹਿੰਦੀ ਸਾਰੀ ਦੁਨੀਆ ਵਿੱਚ ਸਾਡੀ ਨੱਕ ਕੱਟੀ ਜਾਊਗੀ, ਬਰਾਤ ਆਣ ਕੇ ਬੈਠੀ ਰਹੂਗੀ, ਖਾਣ ਨੂੰ ਪਦਾਰਥ ਕੋਈ ਨਹੀਂ ਦੇਵਾਂਗੇ, ਕਿ ਬਦਨਾਮੀ ਵੱਡੀ ਭਾਰੀ ਹੋ ਜਾਵੇਗੀ। ਪੇਖ ਸਾਚਿੰਤ ਸਿੰਹ ਨਿਜ ਨਾਰੇ। ਭਾਈ ਸ਼ੀਹੇ ਜੀ ਨੇ ਆਪਣੀ ਘਰਵਾਲੀ ਧਰਮ ਸੁਪਤਨੀ ਨੂੰ ਚਿੰਤਾ ਵਿੱਚ ਦੇਖਿਆ। ਤਾਂ ਕੋ ਦੇਨ ਦਿਲਾਸੋ ਭਾਰੇ। ਆਪਣੀ ਘਰਵਾਲੀ ਨੂੰ ਬੜਾ ਹੌਸਲਾ ਦਿੱਤਾ ਭਾਈ ਸ਼ੀਹੇ ਨੇ। ਸਤਿਗੁਰ ਆਸ ਧਰੋ ਮਨ ਮਾਹੇ। ਕਹਿਣ ਲੱਗੇ ਭਾਈ ਕਰਮਾਂ ਵਾਲੀਏ ਡੋਲ ਨਾ, ਗੁਰਾਂ ਦਾ ਆਸ ਭਰੋਸਾ ਰੱਖ, ਆਪਰ ਵਿਚਾਰ ਕਰਹੁ ਕੋ ਨਾਹੇ। ਤੂੰ ਕਿਸੇ ਤਰ੍ਹਾਂ ਦਾ ਮਨ ਵਿੱਚ ਵਿਚਾਰ ਨਾ ਕਰ। ਰਾਖਾਂਗੇ ਪ੍ਰਭ ਪੈਜ ਹਮਾਰੇ। ਉਹ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪ੍ਰਭੂ ਸਰੂਪ ਨੇ ਨਾ, ਉਹ ਸਾਡੀ ਪਤ ਅੰਬਰੋਂ ਰੱਖਣਗੇ। ਦਾਸ ਜਾਨ ਹਵ ਹੈ ਹਿਤਕਾਰੇ। ਕਿਉਂਕਿ ਅਸੀਂ ਸੇਵਕ ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ। ਸਾਨੂੰ ਉਹਨਾਂ ਨੇ ਮੂਰਖਾਂ ਨੂੰ ਕੰਮੇ ਲਾਇਆ ਹੋਇਆ ਵਾਹਿਗੁਰੂ ਦੇ ਜਾਪ ਵਿੱਚ, ਧਰਮ ਦੀ ਕਿਰਤ ਵਿੱਚ, ਤੇ ਜਿਨ੍ਹਾਂ ਗੁਰਾਂ ਦੇ ਹੁਕਮ ਵਿੱਚ ਆਪਾਂ ਚੱਲ ਕੇ ਸੇਵਾ ਕਰ ਰਹੇ, ਸਿਮਰਨ ਕਰ ਰਹੇ, ਸਾਡੀ ਪਤ ਵੀ ਉਹ ਆਪ ਹੀ ਰੱਖਣਗੇ। ਆਸ ਵਿਚਾਰ ਕਰਤੇ ਹੋ ਤੇਹ ਕਾਲਾ। ਇਸ ਤਰ੍ਹਾਂ ਵਿਚਾਰ ਕਰ ਰਹੇ ਸੀ ਦੋਨੋਂ ਹੀ ਮਾਲਕ ਤੀਵੀਂ, ਭਾਈ ਸ਼ੀਹਾਂ ਤੇ ਉਹਨਾਂ ਦੀ ਧਰਮ ਸੁਪਤਨੀ। ਪਹੁੰਚੇ ਆਏ ਬਰਾਤ ਬਿਸਾਲਾ। ਉਧਰੋਂ ਨਗਾੜੇ ਢੋਲ ਵੱਜਦਿਆਂ ਹੋਇਆਂ ਬਰਾਤੀ ਵੀ ਪਹੁੰਚ ਗਏ ਜੰਜ ਲੈ ਕੇ। ਕਰ ਟੋਕਾਓ ਭਾਲ ਡੇਰਾ ਕੀਨੋ। ਸੋ ਟਕਾਓ ਹੋ ਗਿਆ ਬਰਾਤ ਦਾ, ਸਮਧੀ ਮਿਲਾਪ ਹੋ ਗਿਆ, ਡੇਰਾ ਲੱਗ ਗਿਆ ਜਾਂਜੀਆਂ ਦਾ, ਰਹਿਣ ਦੀ ਜਗ੍ਹਾ ਜਿਹੜੀ ਸੀ ਬਿਠਾ ਦਿੱਤੀ ਸਾਰੀ ਬਰਾਤ। ਦੇਖ ਨਾਰ ਭੀ ਹਰਖ ਬਹਿਨੋ। ਤੇ ਉਹ ਜਿਹੜੀ ਇਸਤਰੀ ਹੈ ਨਾ ਸ਼ੀਹੇ ਦੇ ਘਰ ਵਾਲੀ ਬੀਬੀ, ਉਹਨੂੰ ਤੇ ਖੁਸ਼ੀ ਹੋਣੀ ਚਾਹੀਦੀ ਸੀ ਵੀ ਮੇਰੀ ਲੜਕੀ ਦਾ ਵਿਆਹ, ਬਰਾਤ ਆਈ ਹੈ, ਪਰ ਉਹਦੇ ਤੇ ਮੁਰਦੇ ਹਾਨ ਚਿਹਰੇ ਤੇ ਵਰਤੀ ਪਈ ਹੈ। ਉਹਨੂੰ ਖੁਸ਼ੀ ਕੋਈ ਨਹੀਂ ਹੈ, ਕਿਉਂਕਿ ਬਰਾਤੀਆਂ ਨੂੰ ਖਵਾਉਣ ਵਾਸਤੇ ਕੁਝ ਨਹੀਂ, ਇਸ ਕਰਕੇ ਚਿੰਤਾ ਵਿੱਚ ਡੁੱਬੀ ਪਈ ਹੈ। ਕਹਿਣ ਲਗੇ ਕਿਆ ਦੇਹ ਖੁਆਏ। ਭਾਈ ਸ਼ੀਹੇ ਨੂੰ ਕਹਿਣ ਲੱਗੀ, ਸਵਾਮੀ ਜੀ ਦੱਸੋ ਹੁਣ ਬਰਾਤ ਨੂੰ ਕੀ ਦੇਣਾ ਜੇ? ਨਰ ਬਰਾਤ ਮਹਿ ਬਹੁਤੇ ਆਏ। ਤੇ ਜੰਜ ਵੀ ਬਹੁਤੀ ਜ਼ਿਆਦੀ ਭਾਰੀ ਆਈ ਹੋਈ ਹੈ ਗਿਣਤੀ ਦੇ ਵਿੱਚ। ਛੇਹ ਉਠ ਕਿਨੇ ਅਰਦਾਸ। ਭਾਈ ਸ਼ੀਹਾਂ ਜੀ ਉੱਠੇ ਐ, ਉੱਠ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰ ਕੇ ਅਰਦਾਸ ਕੀਤੀ। ਸਤਿਗੁਰ ਚਰਨ ਧਿਆਨ ਕਰਤਾਸ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰਿਆ ਭਾਈ ਸ਼ੀਹੇ ਨੇ। ਰਾਖੇ ਸਿੱਖਨ ਪੈਜ ਅਗਾਰੇ। ਬੇਨਤੀ ਕਰ ਰਹੇ ਭਾਈ ਸ਼ੀਹਾਂ ਜੀ, ਹੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਅੱਜ ਤੱਕ ਕੋਈ ਸਿੱਖ ਇਹ ਜਿਹਾ ਨਹੀਂ ਜਿਹੜਾ ਅਲਾਮਾ ਦੇਵੇ ਕਿ ਮੇਰੀ ਪੈਜ ਨਹੀਂ ਗੁਰਾਂ ਨੇ ਰੱਖੀ। ਮਹਾਰਾਜ ਹਰ ਯੁੱਗ ਵਿੱਚ ਹਰ ਸਮੇਂ ਆਪਣੇ ਪਿਆਰਿਆਂ ਦੀ ਪੈਜ ਰੱਖਦੇ ਆਏ ਹੋ। ਚਰਨ ਕਮਲ ਹਮ ਸ਼ਰਨ ਤੁਮਾਰੇ। ਸੱਚੇ ਪਾਤਸ਼ਾਹ ਮਹਾਰਾਜ, ਮੈਂ ਦਾਸ ਤੁਹਾਡੇ ਚਰਨਾਂ ਕਮਲਾਂ ਦੇ ਵਿੱਚ ਆਸਰੇ ਦੇ ਵਿੱਚ ਖਲੋਤਾ ਹਾਂ ਜੀ। ਆਸ ਕਹਿ ਤਿਸ ਕੋਠੇ ਕੋ ਤਾਰਾ। ਇਹ ਅਰਦਾਸ ਕਰਕੇ ਉਹ ਜਿਹੜਾ ਮਠਿਆਈ ਵਾਲਾ ਕੋਠਾ ਸੀ ਨਾ, ਨੂੰ ਤਾਲਾ ਲਾਇਆ ਹੋਇਆ ਸੀ, ਜਿੰਦਾ ਲਾਇਆ ਹੋਇਆ ਸੀ ਵੀ ਲੋਕਾਂ ਵਿੱਚ ਭੈ ਬਣਿਆ ਰਹੇ, ਅੰਦਰ ਮਠਿਆਈ ਭਰੀ ਹੋਈ ਹੈ। ਖੋਲ ਬਿਲੋਕ ਆਹਾਰ ਅਪਾਰਾ। ਤੇ ਉਹਨੂੰ ਜਿਸ ਵੇਲੇ ਚਾਬੀ ਲਾਈ ਤਾਲੇ ਨੂੰ, ਜਿੰਦਾ ਖੋਲਿਆ, ਦਰਵਾਜ਼ਾ ਖੋਲਿਆ, ਅੰਦਰ ਕੀ ਦੇਖਦਾ? ਭਾਈ ਸ਼ੀਹਾਂ ਸਾਰਾ ਹੀ ਕੋਠਾ ਮਠਿਆਈ ਨਾਲ ਭਰਿਆ ਪਿਆ, ਢੇਰ ਲੱਗੇ ਪਏ ਹਨ ਮਠਿਆਈ ਦੇ। ਦੋਹਰਾ ਪਾਂਤ ਬਰਾਤ ਬਿਠਾਏ ਕੈ ਭੋਜਨ ਭਲੇ ਖੁਆਏ। ਉਸੇ ਵੇਲੇ ਬਰਾਤੀਆਂ ਨੂੰ ਬੁਲਾਇਆ ਗਿਆ, ਪੰਗਤਾਂ ਬਿਠਾਈਆਂ ਗਈਆਂ, ਸਾਰੇ ਬਰਾਤੀਆਂ ਦੇ ਵਿੱਚ ਭੋਜਨ ਪ੍ਰਸ਼ਾਦ ਮਠਿਆਈ ਦਾ ਵੰਡਿਆ ਗਿਆ। ਆਤ ਸੁੰਦਰ ਬਹੁ ਸਵਾਦ ਜੇ ਹਰਖਤ ਰਹੇ ਆਕਾਏ। ਐਸੀਆਂ ਮਠਿਆਈਆਂ ਜਿਹੜੀਆਂ ਅਜ ਤੱਕ ਕਦੀ ਉਹਨਾਂ ਛਕੀਆਂ ਹੀ ਨਹੀਂ ਸੀ। ਐਸਾ ਮਨ ਪ੍ਰਸੰਨ ਕਰਨ ਵਾਲੀਆਂ ਮਠਿਆਈਆਂ ਛਕ ਕੇ ਮਨ ਪ੍ਰਸੰਨ ਹੋ ਗਿਆ। ਚਾਉ ਪਏ ਪੰਜ ਦਿਵਸ ਘਰ ਰਾਖੇ ਸੋਏ। ਇੰਨੀ ਮਠਿਆਈ, ਕੋਠਾ ਭਰਿਆ ਹੋਇਆ,
5 ਦਿਨ ਬਰਾਤ ਰੱਖੀ ਭਾਈ ਸ਼ੀਹੇ ਨੇ ਆਪਣੀ ਲੜਕੀ ਦੀ। 5 ਦਿਨ ਉਹੀ ਮਠਿਆਈ ਚੱਲਦੀ ਰਹੀ ਬਰਾਤ ਨੂੰ। ਟੋਟ ਆਸਾਨ ਕੇ ਹੋਏ ਨਾ ਕੋਈ ਕੋਈ, ਕਿਸੇ ਪ੍ਰਕਾਰ ਭੋਜਨ ਆਦਿਕ ਦੀ ਕੋਈ ਕਮੀ ਨਹੀਂ ਆਈ ਹੈ। ਬਹੁ ਬੇਧ ਕੇ ਪਕਵਾਨ ਜਮਾਏ। ਅਨੇਕਾਂ ਪ੍ਰਕਾਰ ਦੇ ਪਕਵਾਨ ਜਿਹੜੇ ਬਣੇ ਹੋਏ ਹੈ। ਸਾਧ ਸੰਗਤ ਜੀ, ਭਾਈ ਸ਼ੀਹੇ ਦੇ ਪਰਦੇ ਢੱਕਣੇ ਤੇ ਗੁਰਾਂ ਵਾਸਤੇ ਬਹੁਤ ਨਿੱਕੀ ਜੀ ਗੱਲ ਹੈ। ਸੰਗਤ ਆ ਗਈ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਕਰਾਂ ਤੋਂ ਮਠਿਆਈਆਂ ਚੜਾ ਕੇ ਛਕਾਤੀਆਂ ਸੀ। ਕਿਕਰਾਂ ਤੋਂ ਮਠਿਆਈਆਂ ਚੜਾਈਆਂ ਮੇਰੇ ਸਤਿਗੁਰਾਂ ਨੇ। ਬੰਦਾ ਕਿਉਂ ਨਾ ਤਰੇ ਜੋ ਸ਼ਰਨ ਤੇਰੀ ਆਮਦ। ਜਿਹੜਾ ਮਹਾਰਾਜ ਕੰਡਿਆਂ ਵਾਲੀਆਂ ਸੂਲਾਂ ਵਾਲੇ ਦਰਖਤਾਂ ਤੋਂ ਮਿੱਠੀਆਂ ਮਠਿਆਈਆਂ ਬਖਸ਼ ਕਰ ਸਕਦੇ ਆ, ਤੇ ਉਹ ਅੰਮ੍ਰਿਤ ਸੱਚੇ ਪਾਤਸ਼ਾਹ ਕਿਉਂ ਨਹੀਂ ਹਿਰਦਿਆਂ ਵਿੱਚ ਭਰ ਸਕਦੇ। 5 ਦਿਨ ਬਰਾਤ ਰੱਖੀ ਸ਼ੀਹੇ ਨੇ, ਭਾਈ ਨੇ। 5 ਦਿਨ ਵੱਧ ਤੋਂ ਵੱਧ ਬਰਾਤੀਆਂ ਦੀ ਸੇਵਾ ਕੀਤੀ। ਖਾਏ ਜਨੇ ਤੇ ਔਰ ਹਰ ਖਾਏ। ਐਸੀ ਮਠਿਆਈ ਸਵਾਦਲੀ ਬਰਾਤੀ ਛਕਦੇ ਬੜਾ ਪ੍ਰਸੰਨਤਾ ਕਰ ਰਹੇ ਹਨ। ਬੇਦਾ ਕਰੇ ਦੇ ਦਾਤ ਬਿਸਾਲਾ। ਇਸ ਤਰ੍ਹਾਂ 5 ਦਿਨ ਰੱਖ ਕੇ ਬਰਾਤ ਨੂੰ ਫਿਰ ਆਪਣੀ ਲੜਕੀ ਦਾ ਡੋਲਾ ਜਿਹੜਾ ਹੈ ਭਾਈ ਸ਼ੀਹੇ ਨੇ ਤੋਰਿਆ। ਯਥਾ ਜੋਗ ਉਸਨੇ ਸਮਾਜ ਵੀ ਦਿੱਤਾ ਹੈ। ਜੋ ਵੀ ਸਰਿਆ ਬਣਿਆ ਉਹ ਆਪਣੀ ਸੁਪੁੱਤਰੀ ਨੂੰ। ਆਚਾਰ ਜਪੇ ਨਰ ਤਿਆ ਤਹ ਕਾਲਾ। ਸਾਰਿਆਂ ਨੂੰ ਪਤਾ ਸੀ ਵੀ ਕੱਲ ਸਿੱਖ ਆਏ, ਸਾਰੀ ਮਠਿਆਈ ਰਾਤ ਨੂੰ ਖਾ ਗਏ, ਬਚਿਆ ਤਾਂ ਤੀਲਾ ਵੀ ਨਹੀਂ ਸੀ। ਇਹ ਕਿੱਥੋਂ ਆ ਗਈ? 5 ਦਿਨ ਦੀ ਮਠਿਆਈ ਮੁੱਕਦੀ ਨਹੀਂ। ਕੌਤਕ ਨੂੰ ਦੇਖ ਕੇ ਜਿੰਨੇ ਵੀ ਮਾਈ ਭਾਈ ਇਸ ਗੱਲ ਨੂੰ ਜਾਣਦੇ ਸੀ ਸਭ ਹੈਰਾਨ ਹੋ ਰਹੇ ਹਨ। ਇਹ ਵਾਹਿਗੁਰੂ ਸ਼ਬਦ ਦੀ ਬਰਕਤ ਹੈ ਸਾਧ ਸੰਗਤ ਜੀ। ਇੱਕ ਸ਼ਬਦ ਦੀ ਬਰਕਤ ਹੈ, ਇੱਕ ਅਰਦਾਸ ਦੀ ਬਰਕਤ ਹੈ। ਅਰਦਾਸ ਵੀ ਉਹਦੀ ਪੂਰੀ ਹੁੰਦੀ ਜਿਹਦੀ ਤਾਰ ਸ਼ਬਦ ਦੁਆਰਾ ਗੁਰਾਂ ਨਾਲ ਜੁੜੀ ਹੋਵੇ, ਤਾਂ ਹੀ ਬੇਨਤੀਆਂ ਪ੍ਰਵਾਨ ਹੁੰਦੀਆਂ ਗੀਆਂ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਸਾਰੀ ਸੰਗਤ ਵਿੱਚ ਚਰਚਾ ਛਿੜ ਪਈ। ਖਾਣ ਨੂੰ ਤਾਂ ਤੀਲਾ ਨਹੀਂ ਸੀ। ਇਹ 5 ਦਿਨ ਦੀ ਮਠਿਆਈ ਕਿੱਥੋਂ ਆ ਗਈ? ਇਹ ਗੁਰੂ ਨਾਨਕ ਪਾਤਸ਼ਾਹ ਦੀਆਂ ਬਰਕਤਾਂ ਬਰਸ ਰਹੀਆਂ ਹਨ। ਸਭ ਮਿਲ ਕੇ ਤਬ ਇਸ ਬੇਦ ਭਾਖੇ। ਇਸ ਤਰ੍ਹਾਂ ਸਾਰੇ ਮਿਲ ਕੇ ਬਚਨ ਕਰਨ ਲੱਗੇ ਗੁਰੂ ਪੈਜ ਨਿਜ ਸਿੱਖਨ ਰਾਖੇ। ਕਿ ਜਿਹੜੇ ਗੁਰੂ ਹਨ ਨਾ ਉਹ ਆਪਣੇ ਪਿਆਰਿਆਂ ਦੀ ਪੈਜ ਰੱਖਦੇ। ਇੱਥੇ ਭਾਈ ਸ਼ੀਹੇ ਦੀ ਵੀ ਪਤ ਜਿਹੜੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਰੱਖੀ ਹੈ। ਅਧਿਕ ਨਰਨ ਕੋ ਸ਼ਰਧਾ ਪਾਈ। ਇਸ ਤਰ੍ਹਾਂ ਇਹ ਕੌਤਕ ਦੇਖ ਕੇ ਹੋਰਨਾਂ ਲੋਕਾਂ ਨੂੰ ਵੀ ਬੜੀ ਸ਼ਰਧਾ ਹੋ ਗਈ। ਭਾਵ ਭਗਤ ਜਗ ਮਹਿ ਪ੍ਰਗਟਾਈ। ਕਿਉਂਕਿ ਭਾਵ ਭਗਤੀ ਹੈ ਸਾਧ ਸੰਗਤ ਜੀ, ਇਹ ਕੋਈ ਡਨ ਨਹੀਂ ਹੈ। ਇਹ ਪ੍ਰੇਮ ਦੀ ਪੂਜਾ ਹੈ, ਪ੍ਰੇਮ ਦੀ ਭਗਤੀ ਹੈ, ਸਰਧਾ ਦੀ ਭਗਤੀ ਹੈ। ਜੋ ਗੁਰਸਿੱਖ ਨੇ ਸਰਧਾ ਦੇ ਨਾਲ ਸ਼ੀਹੇ ਨੇ ਸਿਮਰਨ ਕੀਤਾ, ਭਾਵਨਾ ਦੇ ਨਾਲ ਅਰਦਾਸ ਕੀਤੀ, ਉਹਦੀ ਭਾਵਨਾ ਨੂੰ ਭਾਗ ਲੱਗੇ। ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੇ ਕੋਠੇ ਮਠਿਆਈ ਨਾਲ ਭਰ ਦਿੱਤੇ। ਉਹ ਭਾਵਨਾ ਦਾ ਭਾਵ ਆਮ ਲੋਕਾਂ ਦੇ ਹਿਰਦਿਆਂ ਤੇ ਵੀ ਪਿਆ। ਉਹ ਵੀ ਸਿਮਰਨ ਦੇ ਵਿੱਚ ਜੁੜ ਗਏ, ਵਾਹਿਗੁਰੂ ਮੰਤਰ ਦਾ ਜਾਪ ਕਰਨ ਲੱਗੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਭੌਰੇ ਹੋ ਗਏ। ਪੁਨ ਇੱਕ ਦਿਨ ਬੈਠੇ ਗੁਣ ਖਾਨੇ। ਇੱਕ ਦਿਨ ਦਾ ਪ੍ਰਸੰਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਜੇ ਹੋਏ ਸਨ। ਕਰੁਣਾ ਲੋਚਨ ਬਿਖਾ ਮਹਾਨੇ। ਐਸੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਨੇਤਰ ਦਇਆ ਦੇ ਨਾਲ ਭਰੇ ਹੋਏ। ਜਿਹੜੇ ਪਾਸੇ ਦੀ ਵੀ ਹਜੂਰ ਦੀ ਨਿਗਾਹ ਜਾਂਦੀ, ਦਇਆ ਹੀ ਦਇਆ ਬਰਸਦੀ ਹੈ। ਦੋਹਰਾ ਫਿਰਣਾ ਖਹਿਰਾ ਜੋਧ ਦੋਏ ਜਗਿਆਸਾ ਤਰ ਆਸ। ਫਿਰਨਾ ਤੇ ਖਹਿਰਾ ਇਹ ਦੋ ਗੁਰੂ ਕੇ ਲਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਆਏ। ਆਏ ਪਰੇ ਪਾਇਨ ਪਦਮ ਪੁਨ ਬੈਠੇ ਪ੍ਰਭ ਪਾਸ। ਦੋਵੇਂ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਢਹਿ ਪੈ ਨਮਸਕਾਰ ਕੀਤੀ। ਉਪਰੰਤ ਹਜੂਰ ਦੀ ਹਾਜ਼ਰੀ ਵਿੱਚ ਬੈਠ ਗਏ। ਚੌਪਏ ਹਾਥ ਬੰਦ ਅਰਦਾਸ ਉਚਾਰੇ। ਉਪਰੰਤ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਨੂੰ। ਹਮ ਆਏ ਅਬ ਸ਼ਰਨ ਤੁਮਾਰੇ। ਇਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਜੀ। ਨਿਜ ਉਪਦੇਸ਼ ਕਰੋ ਬਖਿਆਨਾ। ਮਹਾਰਾਜ ਕਿਰਪਾ ਕਰੋ, ਸਾਨੂੰ ਉਪਦੇਸ਼ ਦੇ ਕੇ ਤਾਰੋ, ਨਿਹਾਲ ਕਰੋ। ਮਹਾਰਾਜ ਸੋਹਣਾ ਉਪਦੇਸ਼ ਦੇਵੋ, ਸਾਨੂੰ ਸਿੱਖਿਆ ਦੇਵੋ। ਜਿਸ ਪ੍ਰਕਾਰ ਹਵੈ ਹਮ ਕਲਿਆਣਾ। ਇਹ ਸੱਚੇ ਪਾਤਸ਼ਾਹ ਐਸੀ ਸਿੱਖਿਆ ਦੇਵੋ, ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਸਾਡੀ ਕਲਿਆਣ ਹੋ ਜਾਵੇ,
ਮਹਾਰਾਜ ਮੁਕਤੀ ਦੀ ਪ੍ਰਾਪਤੀ ਵਾਸਤੇ ਮਨੁੱਖਾ ਜੂਨ ਪ੍ਰਾਪਤ ਹੋਈ ਹੈ, ਜਿਹਦੇ ਨਾਲ ਇਸ ਦੇਹੀ ਦਾ ਭਲਾ ਹੋ ਜਾਵੇ, ਐਸਾ ਉਪਦੇਸ਼ ਸਾਨੂੰ ਦੇਵੋ ਜੀ। ਸਿੱਖੇ ਪ੍ਰਾਪਤ ਮਨ ਮਹਿ ਹੋਵਾਹੇ। ਇਹ ਸੱਚੇ ਪਾਤਸ਼ਾਹ ਐਸੀ ਬਖਸ਼ਿਸ਼ ਸਾਡੇ ਤੇ ਕਰੋ, ਅਸੀਂ ਭੇਖੀ ਮੂਰਖ ਸਿੱਖ ਹੀ ਨਾ ਰਹਿ ਜਾਈਏ, ਵਿਖਾਵੇ ਦੇ ਸਿੱਖ ਹੀ ਨਾ ਰਹਿ ਜਾਈਏ। ਮਹਾਰਾਜ ਇਹ ਤੁਹਾਡੀ ਸਿੱਖੀ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ, ਐਸੀ ਕਿਰਪਾ ਮਿਹਰ ਕਰੋ ਸਾਡੇ ਉੱਪਰ। ਬਹੁਰ ਨਾ ਕਬਹੁ ਕਾਲ ਬਿਗੋਵਾਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕਾਲ ਚੱਕਰ ਵਿੱਚੋਂ ਕੱਢ ਦੇਵ। ਵਾਰ-ਵਾਰ ਮਹਾਰਾਜ ਜੰਮਣ ਮਰਨ ਦਾ ਚੱਕਰ ਨਾ ਸਾਨੂੰ ਪਿਆ ਰਹੇ। ਪ੍ਰਭ ਭਾਖਿਓ ਮਨ ਨੀਵੇਂ ਜੋਏ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜੇ ਜੰਮਣ ਮਰਨ ਤੋਂ ਰਹਿਤ ਹੋਣਾ ਚਾਹੁੰਦੇ ਹੋ ਨਾ, ਸਾਰਿਆਂ ਤੋਂ ਪਹਿਲਾ ਸਬਕ ਗੁਰਸਿੱਖੀ ਦਾ ਇਹ ਹੈ ਵੀ ਮਨ ਨੂੰ ਨੀਵਾਂ ਰੱਖਣਾ, ਕਦੀ ਨਹੀਂ ਕਿਸੇ ਤੋਂ ਉੱਚਾ ਆਪਣੇ ਆਪ ਨੂੰ ਸਮਝਣਾ, ਕਦੇ ਇਹ ਜਿਹੀਆਂ ਡੀਂਗਾਂ ਮਾਰਨ ਵਾਲੀਆਂ ਗੱਲਾਂ ਨਹੀਂ ਕਰਨੀਆਂ ਜਿਹਦੇ ਨਾਲ ਹਉਮੈ ਉਜਾਗਰ ਹੋਵੇ, ਪ੍ਰਗਟ ਹੋਵੇ। ਕਿਉਂਕਿ ਹੰਕਾਰ ਦੇ ਵਿੱਚ ਵਸ ਹੋਇਆ ਜੀਵ ਹੀ ਜੂਨਾਂ ਵਿੱਚ ਧੱਕੇ ਖਾਂਦਾ ਫਿਰਦਾ ਹੈ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਭ। ਇਹ ਹੰਕਾਰ ਦੇ ਵਿੱਚ ਆਣ ਕੇ ਮਾਂ ਦੇ ਗਰਭ ਵਿੱਚ ਗਲਣਾ, ਜੰਮਣਾ, ਮਰਨਾ। ਫਲਾਣੇ ਦੇ ਬੱਚਾ ਹੋਇਆ ਸੀ, ਜੰਮਦਾ ਹੀ ਮਰ ਗਿਆ, ਬੱਚਾ ਮਰਿਆ ਹੀ ਪੈਦਾ ਹੋਇਆ, ਸਾਹ ਹੀ ਚਾਰ ਲੈ, ਬਸ ਐਸੇ ਚੱਕਰ ਵਿੱਚ ਉਹ ਪਿਆ ਰਹਿੰਦਾ ਹੈ। ਮਾਂ ਦੇ ਉਦਰ ਦੀ ਦੁੱਖ ਬਿਪਤਾ ਸਹਾਰੀ, ਅੱਖਾਂ ਵੀ ਨਹੀਂ ਖੁੱਲੀਆਂ, ਦੁਨੀਆ ਨਹੀਂ ਦੇਖੀ ਕਿ ਮਰ ਗਿਆ, ਫਿਰ ਹੋਰ ਕਿਸੇ ਮਾਂ ਦੇ ਢਿੱਡ ਵਿੱਚ ਚਲੇ ਗਿਆ। ਇਹ ਹੰਕਾਰ ਦੇ ਨਾਲ ਇਸ ਤਰ੍ਹਾਂ ਸਾਧ ਸੰਗਤ ਜੀ ਜੂਨਾਂ ਵਿੱਚ ਗੋਤੇ ਖਾਣੇ ਪੈਂਦੇ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਅਰਜ਼ ਕੀਤੀ ਗੁਰਸਿੱਖਾਂ ਨੇ, ਮਹਾਰਾਜ ਕਿਰਪਾ ਕਰੋ ਸਾਨੂੰ ਬਖਸ਼ ਲਓ ਜਗਤ ਜਲੰਦੇ ਤੋਂ, ਵਾਰ-ਵਾਰ ਜੰਮਣਾ ਮਰਨਾ ਨਾ ਪਵੇ। ਸਤਿਗੁਰੂ ਕਹਿਣ ਲੱਗੇ ਮਨ ਨੂੰ ਨੀਵਾਂ ਰੱਖਣਾ। ਜਦ ਬਿਰਤੀ ਨੀਵੇਂ ਹੋਵੇਗੀ, ਇਹ ਪਹਿਲਾ ਸਬਕ ਆ ਤੁਹਾਡਾ ਗੁਰਸਿੱਖੀ ਦਾ। ਤਿਨ ਕੋ ਸਿੱਖੇ ਪ੍ਰਾਪਤ ਹੋਏ। ਤੇ ਇਸ ਤਰ੍ਹਾਂ ਗੁਰੂ ਕੀ ਸਿੱਖੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਵਿੱਚ ਨਿਮਰਤਾ ਹੁੰਦੀ ਹੈ। ਜਿਨ੍ਹਾਂ ਵਿੱਚ ਨਿਮਰਤਾ ਨਹੀਂ ਹੁੰਦੀ, ਵੱਢ ਖਾਣਿਆਂ ਵਾਂਗੂ ਪੈਂਦੇ ਆ, ਪਿਆਰ ਵਾਲੇ ਸ਼ਬਦ ਬੋਲਣੇ ਹੀ ਨਹੀਂ ਆਉਂਦੇ, ਤੇ ਉਹਨਾਂ ਨੂੰ ਸਿੱਖੀ ਦੀ ਪ੍ਰਾਪਤੀ ਨਹੀਂ ਹੁੰਦੀ। ਸਿੱਖੀ ਨਿਮਰਤਾ ਦਾ ਨਾਮ ਹੈ, ਸਿੱਖੀ ਪਿਆਰ ਦਾ ਨਾਮ ਹੈ, ਸਿੱਖੀ ਭਾਵਨਾ ਦਾ ਨਾਮ ਹੈ, ਸਿੱਖੀ ਸਰਦਾ ਦਾ ਨਾਮ ਹੈ, ਸਿੱਖੀ ਨਿਮਰਤਾ ਦਾ ਨਾਮ ਹੈ। ਦੋਹਰਾ ਸੇਵਾ ਜੋ ਤੁਮ ਪਾਸ ਤੇ ਸਿੱਖਨ ਕੇ ਹੋਏ ਆਏ। ਸੱਚੇ ਪਾਤਸ਼ਾਹ ਫਿਰ ਅੱਗੇ ਸਬਕ ਸੁਣਾਉਂਦੇ। ਮਹਾਰਾਜ ਕਹਿੰਦੇ, ਤੁਸੀਂ ਕਹਿੰਦੇ ਨਾ ਮੁਕਤ ਹੋ ਜਾਈਏ, ਇੱਕ ਤੇ ਮਨ ਨੀਵਾਂ ਰੱਖਣਾ, ਹਉਮੈ ਨਹੀਂ ਕਰਨੀ। ਦੂਆ, ਜਿਹੜੇ ਗੁਰੂ ਕੇ ਸਿੱਖ ਹਨ ਉਹਨਾਂ ਦੀ ਸੇਵਾ ਕਰਨੀ ਯਥਾ ਜੋਗ। ਤਾਉ ਕਰਿਏ ਹਿਤ ਕਰ ਰਿਦੇ ਪਗ ਪਖਾਰ ਮੁਖ ਪਾਏ। ਤੇ ਸੇਵਾ ਕਿਹੋ ਜੀ ਕਰਨੀ ਆ? ਸੇਵਾ ਕਰਨ ਡਾਂਗਾ ਮਾਰਨ ਨੂੰ ਵੀ ਕਹਿ ਦਿੰਦੇ, ਲੱਠਾਂ ਚੱਕ ਕੇ ਕੁੱਟਣ ਨੂੰ ਵੀ ਕਹਿ ਦਿੰਦੇ ਵੀ ਸੇਵਾ ਇਹਦੀ ਚੰਗੀ ਹੋਈ। ਉਹ ਸੇਵਾ ਨਹੀਂ ਕਰਨੀ। ਗੁਰੂ ਕੀ ਸਿੱਖਾਂ ਦੀ ਸੇਵਾ ਕਰਨੀ, ਚਰਨ ਧੋਣੇ ਗੁਰਸਿੱਖਾਂ ਦੇ। ਗੁਰਸਿੱਖਾਂ ਨੂੰ ਸਰਦਾ ਭਾਵਨਾ ਦੇ ਨਾਲ ਗ੍ਰਹਿ ਵਿਖੇ ਲਿਜਾ ਕੇ ਚਰਨ ਧੋ ਕੇ ਫਿਰ ਲੰਗਰ ਪ੍ਰਸ਼ਾਦ ਛਕਾਉਣਾ, ਭਾਵਨਾ ਨਾਲ ਸੇਵਾ, ਇਹ ਜੀ ਸੇਵਾ ਕਰਨੀ ਹੈ ਗੁਰਸਿੱਖਾਂ ਦੀ। ਨਿੰਦਿਆ ਰੂਪੀ ਸੇਵਾ ਨਹੀਂ ਕਰਨੀ ਹੈ, ਗਾਲਾਂ ਕੱਢਣ ਰੂਪੀ ਸੇਵਾ ਨਹੀਂ ਕਰਨੀ ਹੈ, ਚਪੇੜਾਂ ਮੁੱਕੀਆਂ ਮਾਰਨ ਵਾਲੀ ਸੇਵਾ ਨਹੀਂ ਕਰਨੀ ਹੈ। ਗੁਰੂ ਕੀ ਸਿੱਖਾਂ ਦੀ ਨਿਮਰਤਾ ਭਾਵ ਦੇ ਨਾਲ ਗੁਰੂ ਸਰੂਪ ਜਾਣ ਕੇ ਸੇਵਾ ਕਰਨੀ, ਚਰਨ ਪਖਾਲਣੇ, ਭੋਜਨ ਛਕਾਉਣਾ। ਚਾਉ ਪਏ ਪਿਛਲੇ ਨਿਸਾ ਕਰੋ ਇਸ਼ਨਾਨਾ। ਇਸੇ ਤਰ੍ਹਾਂ ਫਿਰ ਭਾਈ ਜਦ ਪਿਛਲੀ ਰਾਤ ਰਹਿ ਜਾਵੇ, ਅੰਮ੍ਰਿਤ ਵੇਲਾ ਹੋ ਜਾਵੇ, ਉਦੋਂ ਉੱਠ ਕੇ ਇਸ਼ਨਾਨ ਦੀ ਕਿਰਿਆ ਕਰਨੀ। ਸਦਾ ਸ਼ਬਦ ਅਭਿਆਸ ਪ੍ਰਮਾਨਾ। ਅਤੇ ਸਦਾ ਵਾਸਤੇ ਗੁਰ ਸ਼ਬਦ ਦੇ ਅਭਿਆਸੀ ਹੋ ਕੇ ਰਹਿਣਾ, ਸ਼ਬਦ ਦੇ ਵਿੱਚ ਸੁਰਤੀ ਨੂੰ ਜੋੜ ਕੇ ਰੱਖਣਾ। ਮਨ ਨੀਵੇਂ ਸਤ ਸੰਗਤ ਜਾਏ। ਅਤੇ ਨੀਵੇਂ ਮਨ ਦੇ ਨਾਲ ਹੀ ਗੁਰੂ ਕੀ ਸੰਗਤ ਵਿੱਚ ਜਾਣਾ। ਮਨ ਉੱਚਾ ਕਰਕੇ ਨਹੀਂ ਜਾਣਾ ਹੈ, ਵਿਖਾਵਾ ਕਰਕੇ ਨਹੀਂ ਜਾਣਾ ਹੈ। ਗੁਰ ਕੋ ਸ਼ਬਦ ਸੁਨਹੁ ਹਿਤ ਲਾਏ। ਅਤੇ ਗੁਰੂ ਕਾ ਸ਼ਬਦ ਹਿਤ ਕਰਕੇ ਸੁਣਨਾ, ਪਿਆਰ ਨਾਲ ਸੁਣਨਾ। ਕਈ ਗੁਰਮੁਖ ਜਨ ਇਹੋ ਜਿਹੀ ਸਮਾਧੀ ਲੱਗਦੀ ਉਹਨਾਂ ਦੀ, ਕਈ ਘੰਟੇ ਮਹਾਰਾਜ ਦਾ ਕੀਰਤਨ ਕਥਾ, ਫਿਰ ਉਹ ਸੇਵਾ ਦੇ ਵਿੱਚ ਵੀ ਸਮਾਂ ਬਤੀਤ ਕਰਦੇ। ਕਈ ਇਹੋ ਜਿਹੇ ਜਿਨ੍ਹਾਂ ਦੀ ਬਿਰਤੀ ਚੰਚਲ ਹੋ ਜਾਂਦੀ, ਨਾ ਉਹਨਾਂ ਦੀ ਸ਼ਬਦ ਵਿੱਚ ਸੁਰਤੀ ਲੱਗਦੀ, ਨਾ ਕਥਾ ਵਿੱਚ, ਨਾ ਕੀਰਤਨ ਵਿੱਚ, ਨਾ ਮਹਾਰਾਜ ਦੇ ਚਰਨਾਂ ਵਿੱਚ, ਟਪੂ ਕਰੀ ਜਾਂਦੇ ਰਹਿੰਦੇ। ਹੋਰ ਨਾ ਕੁਛ ਹੋਵੇ, ਮੋਬਾਈਲ ਫੜ ਕੇ ਉਂਗਲੀਆਂ ਮਾਰੀ ਜਾਣਗੇ, ਕੋਈ ਮੈਸੇਜ ਹੀ ਦੇਈ ਜਾਣਗੇ, ਕੋਈ ਮੈਸੇਜ ਹੀ ਸੁਣੀ ਜਾਣਗੇ। ਇੱਥੇ ਆਣ ਕੇ ਵੀ ਕਲਯੁਗ ਦੇ ਵਿੱਚੋਂ ਨਹੀਂ ਨਿਕਲਦੇ। ਇੱਥੇ ਵੀ ਮੈਂ ਬੋਲਿਆਂ ਦੀਆਂ ਘੰਟੀਆਂ, ਫਿਰ ਕਈਆਂ ਨੇ ਗੰਦੇ ਗਾਣੇ ਲਵਾਏ ਹੋਏ ਵਿੱਚ। ਮਹਾਰਾਜ ਦੇ ਦਰਬਾਰ 'ਚ ਗੰਦੇ ਗਾਣਿਆਂ ਦਾ ਪਾਪ ਸਿਰ ਤੇ ਚੱਕਣ ਤੋਂ ਨਹੀਂ ਡਰਦੇ। ਇਹ ਪਾਪ ਹੈ ਸੰਗਤ ਜੀ। ਸੁਣੋ, ਰਹਿਤਨਾਮੇ ਦੇ ਬਚਨ ਹਨ। ਹਰ ਜਸ ਕਰਤੇ ਬਾਤ ਚਲਾਵੇ, ਕਹਿਤ ਗੋਬਿੰਦ ਸਿੰਘ ਜੰਮਪੁਰ ਜਾਵੇ।
ਇੱਥੇ ਆਉਂਦੇ ਆਪਾਂ ਜਮਾਂ ਦੀਆਂ ਫਾਹੀਆਂ ਕੱਟਣ ਵਾਸਤੇ, ਇੱਥੇ ਆਣ ਕੇ ਗੱਲਾਂ ਹੀ ਕਰੀ ਗਏ, ਇੱਥੇ ਆਣ ਕੇ ਮੋਬਾਈਲ ਦੀਆਂ ਹੀ ਘੰਟੀਆਂ ਵਜਾਈ ਗਏ, ਤੇ ਉਹ ਤੇ ਫਿਰ ਨਰਕਾਂ ਦੇ ਭਾਗੀ, ਉਲਟਾ ਜ਼ਿਆਦਾ ਹੀ ਸਗੋਂ ਪਾਪਾਂ ਦੇ ਭਾਗੀ ਹੋ ਗਏ। ਕਹਿਤ ਗੋਬਿੰਦ ਸਿੰਘ ਜੰਮਪੁਰ ਜਾਵੇ, ਹਰ ਜਸ ਕਰਤੇ ਬਾਤ ਚਲਾਵੇ। ਸੰਗਤ ਦੇ ਵਿੱਚ ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ, ਹਰੀ ਜਸ ਹੋ ਰਿਹਾ ਹੈ, ਉਹਦੇ ਵਿੱਚ ਗੱਲਾਂ ਕਰਨ ਵਾਲਾ ਸਿੱਧਾ ਹੀ ਨਰਕਾਂ ਦਾ ਅਧਿਕਾਰੀ। ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਰਹਿਤਨਾਮੇ ਦੁਆਰਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਗੁਰ ਸ਼ਬਦ ਨੂੰ ਸੁਰਤੀ ਲਾ ਕੇ ਸੁਣਨਾ ਹੈ। ਜਾਨਹੁ ਵਾਹਿਗੁਰੂ ਕੋ ਸੁਆਮੀ, ਅਤੇ ਆਪਣਾ ਮਾਲਕ ਸਦਾ ਵਾਸਤੇ ਵਾਹਿਗੁਰੂ ਨੂੰ ਸਮਝਣਾ। ਤੁਹਾਡੇ ਘਰ ਦਾ ਮਾਲਕ ਵੀ ਵਾਹਿਗੁਰੂ, ਤੁਹਾਡੀ ਦੇਹੀ ਦਾ, ਤੁਹਾਡੇ ਪਰਿਵਾਰ ਦਾ, ਹਰ ਵਸਤੂ ਦਾ ਮਾਲਕ ਵਾਹਿਗੁਰੂ ਨੂੰ ਜਾਣਨਾ ਹੈ। ਆਪ ਕਦੀ ਮਾਲਕ ਬਣ ਕੇ ਨਹੀਂ ਬੈਠਣਾ। ਦਾਸ ਆਪ ਨੂੰ ਲਖੋ ਸਖਾਵੇਂ, ਅਤੇ ਆਪ ਸਦਾ ਵਾਸਤੇ ਉਹ ਵਾਹਿਗੁਰੂ ਦੇ ਸੇਵਕ ਬਣ ਕੇ। ਸੇਵਕ ਵੀ ਕਿਹੇ ਜੇ, ਇਹੀ ਭਾਵਨਾ ਰੱਖਣੀ ਵੀ ਸਾਡੇ ਵਿੱਚ ਨਿਰੀਆਂ ਖਾਮੀਆਂ ਹੀ ਭਰੀਆਂ, ਅਸੀਂ ਸਾਰੇ ਗੁਨਾਹਾਂ ਦੇ ਭਰੇ ਹੋਏ ਆ। ਇਹ ਜੇ ਸੇਵਕ ਨਿਮਰ ਭਾਵ ਦੇ ਵਿੱਚ ਬਣ ਕੇ ਰਹਿਣਾ। ਗੁਰ ਬਾਣੀ ਕੋ ਮਨਨ ਸੋ ਕਰਨਾ, ਅਤੇ ਗੁਰੂ ਦੀ ਬਾਣੀ ਨੂੰ ਸਦਾ ਵਾਸਤੇ ਮੰਨਣਾ ਹੈ। ਜੋ ਗੁਰਬਾਣੀ ਨੇ ਉਪਦੇਸ਼ ਦਿੱਤਾ, ਬਖਸ਼ਿਸ਼ ਕੀਤੀ ਹੈ, ਉਹਦੇ ਤੇ ਪਹਿਰਾ ਦੇਣਾ, ਉਹਨੂੰ ਮੰਨਣਾ ਹੈ। ਜੇ ਚਾਹਤ ਹੋ ਭਾਵ ਤੇ ਤਰਨਾ, ਜੇ ਮਹਾਰਾਜ ਕਹਿੰਦੇ ਸੰਸਾਰ ਸਮੁੰਦਰ ਤੋਂ ਗੁਰਸਿੱਖੋ ਤਰਨਾ ਚਾਹੁੰਦੇ ਹੋ ਨਾ, ਇੱਕ ਹਉਮੈ ਨੂੰ ਤਿਆਗਣਾ, ਨਿਮਰ ਭਾਵ ਦੇ ਵਿੱਚ ਰਹਿਣਾ, ਇੱਕ ਮਾਲਕ ਵਾਹਿਗੁਰੂ ਨੂੰ ਸਮਝਣਾ, ਕਿਰਤ ਕਰਨੀ, ਗੁਰ ਸ਼ਬਦ ਦੇ ਨਾਲ ਜੁੜਨਾ, ਗੁਰਬਾਣੀ ਦੇ ਉਪਦੇਸ਼ ਨੂੰ ਮੰਨਣਾ। ਇਹ ਜੇ ਕਾਰਜ ਕਰੋਗੇ ਤਾਂ ਸੰਸਾਰ ਸਮੁੰਦਰ ਤੋਂ ਸਹਿਲੇ ਹੀ ਤਰ ਜਾਵੋਗੇ। ਦੋਹਰਾ ਸਿੱਖੇ ਸਿੱਖ ਸਤਿਗੁਰੂ ਤੇ ਤੈਸੀ ਕੀ ਨਿਕਾਰ। ਸੋ ਜਿਸ ਤਰ੍ਹਾਂ ਗੁਰੂ ਤੋਂ ਸਿੱਖੀ ਪ੍ਰਾਪਤ ਕੀਤੀ ਹੈ, ਸਿੱਖਿਆ ਲਈ ਹੈ, ਜੇ ਉਹੋ ਜੀ ਕਾਰ ਕਰੋਗੇ ਜੋ ਗੁਰਾਂ ਨੇ ਕਿਹਾ ਨਾ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰਾਂ ਦੀ ਕਰਨੀ ਆਪਾਂ ਨਹੀਂ ਕਰ ਸਕਦੇ। ਆਪਾਂ ਨੂੰ ਜੋ ਗੁਰਾਂ ਨੇ ਕਿਹਾ ਹੈ ਨਾ, ਉਹ ਕਰਮ ਕਰਨ ਦਾ ਹੁਕਮ ਹੈ। ਗੁਰਾਂ ਕਿਹਾ ਨਿਮਰਤਾ ਭਾਵ ਦੇ ਵਿੱਚ ਰਹਿਣਾ, ਇਸ ਵਾਸਤੇ ਨਿਉ ਕੇ ਰਹਿਣਾ, ਨਿਮਰ ਭਾਵ ਦੇ ਵਿੱਚ ਹਰ ਵੇਲੇ ਮਨ ਨੀਵਾਂ ਰੱਖਣਾ। ਗੁਰਾਂ ਕਿਹਾ ਸ਼ਬਦ ਸੁਣਨਾ, ਬਾਣੀ ਪੜ੍ਹਨੀ, ਉਹਦਾ ਅਮਲ ਜੋ ਹੈ ਬਾਣੀ ਦਾ ਆਪਣੇ ਜੀਵਨ ਤੇ ਕਰਨਾ। ਮਹਾਰਾਜ ਕਹਿੰਦੇ ਜੋ ਸਿੱਖੀ ਦਾ ਉਪਦੇਸ਼ ਹੈ ਉਸ ਨੂੰ ਧਾਰਨ ਕਰਕੇ ਰੱਖਣਾ, ਜੋ ਸਿੱਖਿਆ ਪ੍ਰਾਪਤ ਹੋਈ ਹੈ ਉਹਨੂੰ ਗ੍ਰਹਿਣ ਕਰਨਾ। ਜਨਮ ਮਾਰਨ ਛੋਟ ਕਸ਼ਟ ਤੇ ਤਿਨ ਕੋ ਭਇਓ ਉਧਾਰ। ਤੇ ਇਸ ਤਰ੍ਹਾਂ ਉਹਨਾਂ ਗੁਰਸਿੱਖਾਂ ਨੇ ਮੰਨਿਆ, ਜੰਮਣ ਮਰਨ ਤੋਂ ਛੁਟਕਾਰਾ ਹੋ ਗਿਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਗੁਰਸਿੱਖਾਂ ਦੇ ਬਹਾਨੇ ਦੇ ਨਾਲ ਪ੍ਰਥਾਏ ਉਪਦੇਸ਼ ਸਮੁੱਚੇ ਗੁਰੂ ਕੇ ਖਾਲਸੇ ਨੂੰ, ਸਮੁੱਚੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਚਾਉ ਪਏ ਇਸ ਪ੍ਰਕਾਰ ਸੋ ਨਰਨ ਅਨੇਕੰ। ਇਸ ਤਰ੍ਹਾਂ ਸੰਗਤ ਜੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਅਨੇਕਾਂ ਹੀ ਗੁਰੂ ਕੀ ਸੰਗਤ ਆਉਂਦੀ ਹੈ। ਕਰ ਉਪਦੇਸ਼ ਦਿਓ ਸੋ ਵਿਵੇਕੰ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਰੇ ਗੁਰਸਿੱਖਾਂ ਨੂੰ ਸਮਤ ਬਖਸ਼ਿਸ਼ ਕਰਦੇ ਹਨ, ਉਪਦੇਸ਼ ਦਿੰਦੇ ਹਨ। ਗ੍ਰੰਥ ਬੜਨ ਤੇ ਬਰਨੇ ਨਾਹੇ। ਭਾਈ ਸੰਤੋਖ ਸਿੰਘ ਜੀ ਇਹ ਗ੍ਰੰਥ ਦੇ ਕਰਤਾ ਕਹਿੰਦੇ ਆ, ਜੇ ਮੈਂ ਸਾਰੇ ਗੁਰਸਿੱਖਾਂ ਦਾ ਨਾਮ ਇੱਥੇ ਲਵਾਂ, ਗੁਰਾਂ ਨੇ ਕਿਹਨੂੰ ਕਿਹਨੂੰ ਕੀ ਉਪਦੇਸ਼ ਦਿੱਤਾ, ਗ੍ਰੰਥ ਬਹੁਤ ਵੱਡਾ ਹੋ ਜਾਵੇਗਾ। ਮੈਂ ਇੱਕ ਨਮੂਨੇ ਮਾਤਰ ਕੁਛ ਗੁਰਸਿੱਖਾਂ ਨੂੰ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ, ਇੱਕ ਨਮੂਨਾ ਦਰਸਾਉਣ ਵਾਸਤੇ ਵੀ ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਦਇਆ ਕੀਤੀ। ਮਤ ਅਨੁਸਾਰ ਕਛਕ ਮੈਂ ਪ੍ਰਾਹੇ। ਗ੍ਰੰਥ ਵੱਡਾ ਨਾ ਹੋ ਜਾਵੇ, ਇਸ ਵਾਸਤੇ ਆਪਣੀ ਬੁੱਧੀ ਮੁਤਾਬਕ ਕੁਝ ਗੁਰਸਿੱਖਾਂ ਦੇ ਨਾਮ ਜਿਹੜੇ ਹੈ, ਜੋ ਉਹਨਾਂ ਦੇ ਨਾਲ ਮਹਾਰਾਜ ਦੇ ਬਾਚਨ ਹੋਏ, ਉਹ ਆਪ ਜੀ ਨੂੰ ਸਰਵਣ ਕਰਵਾਏ ਹਨ। ਏਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਸਿੱਖਨ ਉਪਦੇਸ਼ ਵਰਣਨ ਨਾਮ 43ਵਾਂ ਅਧਿਆਇ। ਸੋ ਸਾਧ ਸੰਗਤ ਜੀ 43ਵਾਂ ਅਧਿਆਇ ਜਿਹੜਾ ਹੈ ਇੱਥੇ ਸਮਾਪਤ ਹੋਇਆ ਹੈ। 43ਵੇਂ ਅਧਿਆਇ ਦੇ ਵਿੱਚ ਸਾਰੇ ਗੁਰਸਿੱਖਾਂ ਨੂੰ ਉਪਦੇਸ਼ ਹੀ ਜੋ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ ਸੀਗਾ, ਉਹਨਾਂ ਦੀ ਹੀ ਕਥਾ ਆਈ ਹੈ। ਗਰੀਬ ਨਵਾਜ ਮਿਹਰ ਕਰਨ, ਧੰਨ ਗੁਰੂ ਨਾਨਕ ਸਾਹਿਬ ਦਇਆ ਕਰਨ, ਜੋ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਹੈ, ਉਨ ਗੁਰਸਿੱਖਾਂ ਦੇ ਦਾਸਨ ਦਾਸ ਸਾਨੂੰ ਸਮਝ ਕੇ ਉਹ ਉਪਦੇਸ਼ ਸਾਡੇ ਹਿਰਦਿਆਂ ਤੇ ਵਸੇ। ਐਸੀ ਕਿਰਪਾ ਗੁਰੂ ਨਾਨਕ ਸਾਹਿਬ ਕਰਨ। ਅਰਦਾਸ ਕਰੀਏ ਮਹਾਰਾਜ, ਜੋ ਤੁਸੀਂ ਕਿਰਪਾ ਕੀਤੀ ਹੈ ਉਹਨਾਂ ਗੁਰਸਿੱਖਾਂ ਦੇ ਅੱਗੇ ਸਾਨੂੰ ਦਾਸਾਂ ਦੇ ਵੀ ਦਾਸ ਜਾਣ ਕੇ ਉਹ ਉਪਦੇਸ਼ ਸਾਨੂੰ ਵੀ ਕਣਕਾ ਮਾਤਰ ਦੇਵੋ, ਸਾਡਾ ਵੀ ਜੀਵਨ ਸਫਲਾ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ,
ਅੱਗੇ ਤੋਂ ਸਮਤ ਬਖਸ਼ਣੀ ਪਿਆਰ ਸਤਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਰ ਬ੍ਰਹਮ ਅਵਨਾਸੀ ਅਗਨਾਸ, ਹੈ ਪੂਰਨ